ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 20 ਤੇ ਵਿਚਾਲੇ ਜੇ ਕਰਕੇ ਹੈ ਸ਼੍ਰੀ ਰਾਗ ਮਹਿਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ, ਬਿਨ ਗੁਣ ਕਾਮ ਨਾ ਆਵੇ, ਟਹਿ ਢੇਰੀ ਤਨ ਖੇ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਹੇ ਮਨਾ, ਹੇ ਪਿਆਰੇ ਮਿੱਤਰ, ਸੁਣ, ਪਰਮਾਤਮਾ ਨੂੰ ਮਿਲਣ ਦਾ ਇਹੀ ਵੇਲਾ। ਭਾਵ ਜਿਹੜਾ ਮਨੁੱਖਾ ਜੀਵਨ ਮਿਲਿਆ, ਇਹ ਪਰਮਾਤਮਾ ਨੂੰ ਮਿਲਣ ਦਾ ਵੇਲਾ ਹੈ। ਇਹਨੂੰ ਵਾਰੀ ਵੀ ਕਹਿੰਦੇ ਵੀ ਪਰਮਾਤਮਾ ਨੂੰ ਮਿਲਣ ਦੀ ਤੇਰੀ ਵਾਰੀ ਆ ਗਈ। ਸੋ ਸਿਆਣੇ ਕਹਿੰਦੇ ਨੇ, ਵੇਲੇ ਦੀ ਇੱਕ, ਕੁਵੇਲੇ ਦੀ 100। ਇਹ ਸਟਿਚ ਇਨ ਟਾਈਮ ਸੇਵਜ਼ 9 ਇੰਗਲਿਸ਼ ਵਾਲੇ ਕਹਿੰਦੇ। ਹਰ ਇੱਕ ਚੀਜ਼ ਦਾ ਵੇਲਾ ਹੁੰਦਾ ਹੈ। ਜਦੋਂ ਵੇਲਾ ਵਿਹਾ ਜੇ, ਫਿਰ ਸਿਰ ਪਛਤਾਵੇ ਤੋਂ ਬਿਨਾਂ ਹੋਰ ਕੁਛ ਨਹੀਂ ਰਹਿੰਦਾ। ਜਿਵੇਂ ਪੜ੍ਹਾਈ ਕਰਨ ਦਾ ਇੱਕ ਵੇਲਾ ਹੈ, ਬਚਪਨ ਤੋਂ ਲੈ ਕੇ ਜਵਾਨੀ ਤੱਕ। ਜਿਹਨੇ ਆਪਣਾ ਬਚਪਨ ਜਵਾਨੀ ਅਵਾਰਾਗਰਦੀ ਬਿਤਾਦੀ, ਫਿਰ ਸਾਰੀ ਉਮਰ ਪਛਤਾਉਂਦਾ ਰਹਿੰਦਾ ਹੈ। ਇਸ ਲਈ ਵੇਲਾ ਹੈ। ਹੇ ਮਨ ਮਿੱਤਰ ਪਿਆਰਿਆ, ਕਹਿੰਦੇ ਸੁਣ, ਮਿਲ ਵੇਲਾ ਹੈ ਇਹ। ਪਰਮਾਤਮਾ ਨੂੰ ਵੇਲਾ, ਇਹ ਵੇਲਾ ਹੈ ਉਹਨੂੰ ਮਿਲਣ ਦਾ। ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਜੋਬਨ ਦਾ ਉਂਝ ਤਾਂ ਜਵਾਨੀ ਹੁੰਦਾ ਅਰਥ, ਇੱਥੇ ਜੋਬਨ ਦਾ ਮਤਲਬ ਜੀਵਨ। ਜਿੰਨਾ ਚਿਰ ਜੀਵਨ ਦੇ ਵਿੱਚ ਸਵਾਸ ਹੈ, ਜਿੰਨਾ ਚਿਰ ਸਰੀਰ ਦੇ ਵਿੱਚ ਸਵਾਸ ਹੈ, ਤਬ ਲਗ ਇਹ ਤਨ ਦੇ। ਉਹਨਾਂ ਚਿਰ ਇਹ ਤਨ ਹੈ, ਉਹਨਾਂ ਚਿਰ ਇਹ ਦੇਹੀ ਹੈ। ਜਿੰਨਾ ਚਿਰ ਸਵਾਸ ਹੈ, ਸਵਾਸ ਨਿਕਲ ਗਏ, ਗੱਲ ਖਤਮ ਹੋ ਗਈ। ਸੋ ਯਾਦ ਕਰਾਇਆ ਮਨੁੱਖ ਨੂੰ ਕਿ ਤੇਰਾ ਸਰੀਰ ਓਨਾ ਚਿਰ ਹੀ ਹੈ ਜਿੰਨਾ ਚਿਰ ਇਸ ਦੇ ਵਿੱਚ ਸਵਾਸ ਹੈ। ਜਿੱਦੇ ਸਵਾਸ ਨਾ ਰਿਹਾ, ਉਹਦੇ ਸਰੀਰ ਖਤਮ। ਫਿਰ ਕਹਿੰਦੇ ਕਿਸ ਵੇਲੇ ਤੂੰ ਨਾਮ ਜਪੇਂਗੇ ਬਈ। ਹੁਣ ਪਰਮਾਤਮਾ ਨੂੰ ਮਿਲਣ ਦਾ ਵੇਲਾ ਹੈ, ਅਤੇ ਕਹਿੰਦੇ ਉਹਨੂੰ ਮਿਲ ਲੈ। ਬਿਨ ਗੁਣ ਕਾਮ ਨਾ ਆਵੇ, ਟਹਿ ਢੇਰੀ ਤਨ ਖੇ। ਗੁਣਾਂ ਤੋਂ ਬਿਨਾਂ ਇਹ ਸਰੀਰ ਕਿਸੇ ਕੰਮ ਦਾ ਨਹੀਂ। ਇੱਕ ਦਿਨ ਇਹਨੇ ਟਹਿ ਜਾਣਾ, ਮਿੱਟੀ ਦੀ ਢੇਰੀ ਬਣ ਜਾਏ, ਖੇ ਮਿੱਟੀ। ਇੱਕ ਦਿਨ ਇਹ ਸਰੀਰ ਨੇ ਟਹਿ ਜਾਣਾ ਹੈ, ਇਹਨੇ ਮਿੱਟੀ ਦੀ ਢੇਰੀ ਬਣ ਜਾਣੀ ਹੈ। ਇਸ ਲਈ ਗੁਣਾਂ ਤੋਂ ਬਿਨਾਂ ਇਸ ਸਰੀਰ ਦਾ ਕੋਈ ਫਾਇਦਾ ਨਹੀਂ ਹੈ। ਸੋ ਨਿਰਾ ਨਾਮ ਹੀ ਨਹੀਂ ਜਪਣਾ, ਆਪਣੇ ਅੰਦਰ ਗੁਣ ਵੀ ਪੈਦਾ ਕਰਨੇ ਹਨ। ਕਿਉਂਕਿ ਔਗਣਿਆਰੇ ਨੂੰ ਅੱਜ ਤੱਕ ਕਦੇ ਪਰਮਾਤਮਾ ਨਹੀਂ ਮਿਲਿਆ। ਪਰਮਾਤਮਾ ਹਮੇਸ਼ਾ ਗੁਣਵਾਨ ਨੂੰ ਮਿਲਦਾ ਹੈ, ਔਗਣਿਆਰੇ ਨੂੰ ਨਹੀਂ ਮਿਲਦਾ। ਉਹ ਜਿੰਨਾ ਮਰਜ਼ੀ ਗੁਰਦੁਆਰੇ ਮੰਦਰ ਮੱਥਾ ਟੇਕੀ ਜਾਏ, ਜਿੰਨਾ ਮਰਜ਼ੀ ਪਾਠ ਕਰ ਲੈ, ਸਿਮਰਨ ਕਰ ਲੈ, ਉਹਨੂੰ ਨਹੀਂ ਮਿਲਦਾ। ਕਿਉਂਕਿ ਉਹਦੇ ਅੰਦਰ ਔਗਣ ਨੇ। ਜਿਹੜੇ ਔਗਣ ਨੇ, ਇਹ ਨਾਮ ਦੀ ਫਸਲ ਨੂੰ ਫਲ ਨਹੀਂ ਲੱਗਣ ਦਿੰਦੇ। ਜਿਵੇਂ ਤੁਸੀਂ ਫਸਲ ਬੀਜੀ ਕਿਸੇ ਕਿਸਾਨ ਨੇ, ਉਹਦੇ ਵਿੱਚ ਉਹਨੂੰ ਕੀੜੇ ਲੱਗ ਗਏ, ਫਸਲ ਨਹੀਂ ਹੋਏਗੀ। ਔਗਣ ਐ ਸਮਝੋ, ਸਾਡੀ ਫਸਲ ਨੂੰ ਕੀੜੇ ਲੱਗ ਗਏ। ਫਸਲ ਵੀ ਬੀਜੀ, ਪਾਣੀ ਵੀ ਲਾਇਆ, ਖਾਦ ਵੀ ਪਾਈ, ਹੋਰ ਮਿਹਨਤ ਵੀ ਕੀਤੀ, ਅਖੀਰ ਤੇ ਉਹਨੂੰ ਕੀੜਾ ਲੱਗ ਗਿਆ ਹੈ। ਉਹ ਸਾਰੀ ਸਾਡੀ ਮਿਹਨਤ ਵਿਅਰਥ ਗਈ। ਇਸ ਲਈ
ਪਹਿਲਾਂ ਆਪਣੇ ਅੰਦਰ ਗੁਣ ਪੈਦਾ ਕਰਨੇ ਨੇ, ਫਿਰ ਨਾਮ ਜਪ ਕੇ ਉਸ ਨੂੰ ਉਸਦੀ ਪ੍ਰਾਪਤੀ ਹੁੰਦੀ ਹੈ। ਬਿਨ ਗੁਣ ਕਾਮ ਨਾ ਆਵੇ, ਢਹਿ ਢੇਰੀ ਤਨਖੇ। ਗੁਣਾਂ ਤੋਂ ਬਿਨਾਂ ਇਹ ਸਰੀਰ ਕਿਸੇ ਕੰਮ ਦਾ ਨਹੀਂ, ਇਹਨੇ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ। ਮੇਰੇ ਮਨ ਲੈ ਲਾਹਾ ਕਰ ਜਾਏ, ਹੇ ਮੇਰੇ ਮਨ ਤੂੰ ਨਾਮ ਦਾ ਲਾਹਾ ਖੱਟ ਕੇ ਆਪਣੇ ਘਰ ਜਾ। ਕਾਹਦਾ ਲਾਹਾ? ਨਾਮ ਦਾ। ਨਾਮ ਦੀ ਕਮਾਈ ਕਰਨੀ। ਸੋ ਜਿੰਨਾ ਸਮਾਂ ਵੀ ਜ਼ਿੰਦਗੀ ਦਾ ਮਿਲਿਆ ਹੈ, ਜਦੋਂ ਸੋਝੀ ਆ ਜੇ, ਫਿਰ ਜਿਹੜੀ ਬੁਰਾਈ ਅੰਦਰੋਂ ਛੱਡ ਦਿਓ ਅਤੇ ਨਾਮ ਜਪਣਾ ਸ਼ੁਰੂ ਕਰ ਦਿਓ। ਬੁਰਾਈ ਛੱਡ ਕੇ ਨਾਮ ਜਪਣਾ। ਕਿਸੇ ਵੀ ਗੁਰੂ ਦੇ ਜੀਵਨ 'ਚ ਐਸੀ ਕੋਈ ਕਥਾ ਵਾਰਤਾ ਨਹੀਂ ਹੁੰਦੀ ਕਿ ਕਿਸੇ ਔਗਣੇ ਆਰੇ ਨੂੰ ਉਹਨਾਂ ਨਾਮ ਦੀ ਬਖਸ਼ਿਸ਼ ਕਰਤੀ ਹੋਵੇ। ਨਹੀਂ, ਔਗਣੇ ਆਏ ਲੋਕ ਉਹਨਾਂ ਕੋਲ ਆਏ, ਪਰ ਉਹਨਾਂ ਨੇ ਪਹਿਲਾਂ ਉਹਦੇ ਔਗਣ ਛਡਾਏ। ਆਮ ਮਨੁੱਖ 'ਚ ਇੱਕ ਅੱਧਾ ਹੀ ਔਗਣ ਹੁੰਦਾ, ਬਹੁਤੇ ਨਹੀਂ ਹੁੰਦੇ। ਕੋਈ ਵਿਸ਼ੇਸ਼ ਹੀ ਔਗਣ ਹੁੰਦਾ ਹੈ ਜਿਹੜਾ ਸਭ ਤੋਂ ਵੱਡੀ ਰੁਕਾਵਟ ਪਾਉਂਦਾ ਹੈ। ਸੋ ਗੁਰੂ ਮਹਾਰਾਜ ਨੇ ਪਹਿਲਾਂ ਉਹਦੇ ਔਗਣ ਛਡਾਏ, ਉਹਦੀ ਬੁਰਾਈ ਛਡਾਈ, ਫਿਰ ਉਹਨੂੰ ਨਾਮ ਦੀ ਦਾਤ ਬਖਸ਼ੀ। ਨਹੀਂ ਤਾਂ ਕਹਿ ਸਕਦੇ ਚੰਗਾ ਭਈ ਸੱਜਣਾ ਤੂੰ ਠੱਗੀਆਂ ਵੀ ਕਰੀ ਜਾ, ਨਾਮ ਵੀ ਜਪੀ ਜਾ। ਐਸਾ ਨਹੀਂ ਹੋਇਆ। ਅਸੀਂ ਕੀ ਕਰਦੇ ਹਾਂ? ਰਿਸ਼ਵਤਾਂ ਵੀ ਲਈ ਜਾਂਦੇ ਹਾਂ, ਨਿਤਨੇਮ ਵੀ ਕਰੀ ਜਾਂਦੇ, ਗੁਰਦੁਆਰੇ ਵੀ ਜਾਈ ਜਾਂਦੇ। ਅਸੀਂ ਮਿਲਾਵਟ ਵੀ ਕਰੀ ਜਾਂਦੇ ਹਾਂ। ਬੜੇ ਅੰਮ੍ਰਿਤਧਾਰੀ ਨੇ, ਬੜੇ ਅੰਮ੍ਰਿਤਧਾਰੀ ਨੇ ਜਿਹੜੇ ਮਿਲਾਵਟ ਕਰਦੇ ਨੇ, ਜਿਹੜੇ ਰਿਸ਼ਵਤਾਂ ਲੈਂਦੇ ਨੇ। ਬੁਰਾਈ ਤਾਂ ਛੱਡੀ ਨਹੀਂ। ਉਹ ਭਜਨ ਬੰਦਗੀ ਲੇਖ ਹੀ ਨਹੀਂ ਪੈਂਦੀ ਹੈ। ਐਵੇਂ ਜਿਹੜਾ ਹੈ ਟੱਕਰਾਂ ਮਾਰੀ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ। ਪਹਿਲਾਂ ਬੁਰਾਈ ਤਿਆਗਣੀ ਹੈ, ਫਿਰ ਨਾਮ ਜਪਣਾ। ਸੋ ਗੁਰੂ ਮਹਾਰਾਜ ਕਹਿੰਦੇ ਮੇਰੇ ਮਨ ਲੈ ਲਾਹਾ ਕਰ ਜਾਏ, ਹੇ ਮੇਰੇ ਮਨਾ ਤੂੰ ਨਾਮ ਦਾ ਲਾਹਾ ਖੱਟ ਕੇ ਆਪਣੇ ਘਰ ਜਾ। ਗੁਰਮੁਖ ਨਾਮ ਸਲਾਹੀਐ, ਹਉਮੈ ਨਿਵਰੀ ਭਾਏ। ਗੁਰੂ ਦੇ ਰਾਹੀਂ ਜਦੋਂ ਅਸੀਂ ਨਾਮ ਦੀ ਸਿਫਤ ਸਲਾਹ ਕਰਾਂਗੇ, ਸਾਡੇ ਅੰਦਰੋਂ ਹਉਮੈ ਖਤਮ ਹੋ ਜਾਏਗੀ। ਭਾਏ ਹੁੰਦਾ ਅੱਗ, ਤ੍ਰਿਸ਼ਨਾਵਾਂ ਦੀ ਅੱਗ, ਹਉਮੈ ਦੀ ਅੱਗ। ਨਿਵਰੀ ਹੁੰਦਾ ਦੂਰ ਹੋ ਜਾਣਾ। ਸਾਡੇ ਅੰਦਰੋਂ ਹਉਮੈ ਦੀ ਅੱਗ ਖਤਮ ਹੋ ਜਾਏਗੀ ਜੇ ਅਸੀਂ ਗੁਰੂ ਦਿੱਤੇ ਨਾਮ ਰਾਹੀਂ ਪਰਮਾਤਮਾ ਸਿਫਤ ਸਲਾਹ ਕਰਾਂਗੇ। ਫਿਰ ਅਸੀਂ ਨਾਮ ਦਾ ਲਾਹਾ ਖੱਟ ਕੇ ਜਾਵਾਂਗੇ। ਰਹਾਓ ਸੁਣ ਸੁਣ ਗੰਢਣ ਗੰਢੀਐ, ਲਿਖ ਪੜ੍ਹ ਬੁੱਝੈ ਪਰ। ਮਨੁੱਖ ਲੋਕਾਂ ਤੋਂ ਸੁਣ ਸੁਣ ਕੇ ਗੰਢਣ ਗੰਢੀਆਂ ਦਾ ਇਕੱਠਾ ਕਰਨਾ, ਗਿਆਨ ਇਕੱਠਾ ਕਰਦੇ ਨੇ। ਲਿਖ ਪੜ੍ਹ ਬੁੱਝੈ ਪਰ, ਫਿਰ ਗਿਆਨ ਲਿਖਦੇ ਨੇ, ਗਿਆਨ ਨੂੰ ਪੜ੍ਹਦੇ ਨੇ, ਬੁੱਝੈ ਗਿਆਨ ਨੂੰ ਸਮਝਦੇ ਨੇ। ਇਸ ਤਰ੍ਹਾਂ ਗਿਆਨ ਦੀ ਪੰਡ ਬਣ ਲੈਂਦੇ ਨੇ। ਭਾਰ ਪੰਡ ਨੂੰ ਕਹਿੰਦੇ। ਤ੍ਰਿਸ਼ਨਾ ਅਹਨਿਸ ਅਗਲੀ, ਪਰ ਉਹਨਾਂ ਦੇ ਵਿੱਚੋਂ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਹੈ, ਕਿਉਂਕਿ ਲੋਕਾਂ ਤੋਂ ਸੁਣ ਸੁਣਾ ਕੇ ਗਿਆਨ ਪ੍ਰਾਪਤ ਕੀਤਾ ਹੈ। ਗੁਰੂ ਤੋਂ ਗਿਆਨ ਹਾਸਲ ਨਹੀਂ ਕੀਤਾ। ਗੁਰੂ ਜਿਹੜਾ ਗਿਆਨ ਦਿੰਦਾ ਹੈ ਉਹ ਸਾਡਾ ਕਲਿਆਣ ਕਰਦਾ ਹੈ। ਇਸ ਲਈ ਕਹਿੰਦੇ ਤ੍ਰਿਸ਼ਨਾ ਅਹਨਿਸ ਅਗਲੀ। ਅਹਨਿਸ ਹੁੰਦਾ ਦਿਨ ਰਾਤ, ਅਗਲੀ ਮੈਨੇ ਬਹੁਤ। ਉਹਦੇ ਅੰਦਰ ਦਿਨ ਰਾਤ ਤ੍ਰਿਸ਼ਨਾ ਰਹਿੰਦੀ ਹੈ। ਹਉਮੈ ਰੋਗ ਵਿਕਾਰ, ਉਹਦੇ ਅੰਦਰ ਹਉਮੈ ਦਾ ਰੋਗ ਅਤੇ ਬੁਰਾਈ ਕਾਇਮ ਰਹਿੰਦੀ ਹੈ। ਕਿਉਂਕਿ ਨਾਮ ਨਹੀਂ ਜਪਿਆ, ਸੰਸਾਰਿਕ ਗਿਆਨ ਇਕੱਠਾ ਕਰਦਾ ਰਹਿ ਗਿਆ ਹੈ। ਇਸ ਲਈ ਅੰਦਰ ਤ੍ਰਿਸ਼ਨਾਵਾਂ ਬਣੀਆਂ ਰਹਿੰਦੀਆਂ ਨੇ, ਅੰਦਰ ਹਉਮੈ ਬਣੀ ਰਹਿੰਦੀ ਹੈ, ਅੰਦਰ ਵਿਕਾਰ ਬੁਰਾਈ ਬਣੀ ਰਹਿੰਦੀ ਹੈ। ਉਹ ਵੇ ਪ੍ਰਵਾਹ ਅਤੋਲ ਵਾਂ, ਅਤੋਲ ਵਾਂ ਵਾਵੇ ਨੂੰ ਕਰਨਾ ਬਿੰਦੇ।
ਉਹ ਵੇ ਪ੍ਰਵਾਹ ਅਤੋਲਵਾਂ ਗੁਰਮਤਿ ਕੀਮਤ ਸਾਰ। ਉਹ ਪਰਮਾਤਮਾ ਹੈ, ਉਹ ਬੇਪਰਵਾਹ ਹੈ, ਅਤੋਲਵਾਂ ਉਹ ਬੇਅੰਤ ਹੈ। ਗੁਰੂ ਦੀ ਮੱਤ 'ਤੇ ਚੱਲ ਕੇ ਉਸ ਦੀ ਕੀਮਤ ਦਾ ਪਤਾ ਲੱਗਦਾ। ਗੁਰਮਤਿ ਕੀਮਤ ਸਾਰ। ਸਾਰ ਇੱਕ ਤਾਂ ਸ੍ਰੇਸ਼ਟ ਹੁੰਦਾ ਹੈ, ਇੱਕ ਸਾਰ ਹੁੰਦਾ ਅਲੱਗਾ ਜੀ, ਉਹ ਤਾਂ ਮੇਰੀ ਖਬਰ ਸਾਰ ਹੀ ਨਹੀਂ ਲੈਣ ਆਇਆ। ਗਿਆਨ ਗੁਰੂ ਦੀ ਮੱਤ 'ਤੇ ਚੱਲ ਕੇ ਪਰਮਾਤਮਾ ਦੀ ਕੀਮਤ ਦਾ ਗਿਆਨ ਹੁੰਦਾ ਹੈ। ਲੱਖ ਸਿਆਣਪ ਜੇ ਕਰੀ, ਲੱਖ ਸ ਪ੍ਰੀਤ ਮਿਲਾਪ, ਬਿਨ ਸੰਗਤ ਸਾਧ ਨਾ ਧਰਾਪੀਆ, ਬਿਨ ਨਾਮੈ ਦੁਖ ਸੰਤਾਪ। ਲੱਖਾਂ ਸਿਆਣਪਾਂ ਜੇ ਕੀਤੀਆਂ ਜਾਣ, ਲੱਖ ਸ ਪ੍ਰੀਤ ਮਿਲਾਪ, ਲੱਖਾਂ ਨਾਲ ਪਿਆਰ ਪਾਇਆ ਜਾਵੇ, ਮੇਲ ਮਿਲਾਪ ਰੱਖਿਆ ਜਾਵੇ, ਬਿਨ ਸੰਗਤ ਸਾਧ ਨਾ ਧਰਾਪੀਆ, ਪਰ ਸਾਧ ਸੰਗਤ ਤੋਂ ਬਿਨਾਂ ਇਹ ਮਨ ਨਹੀਂ ਰਾਜਦਾ। ਧਰਾਪਣਾ ਰਜਣਾ। ਚਾਹੇ ਕਹਿੰਦੇ ਲੱਖੇ ਸਿਆਣਪਾਂ ਹੋਣ, ਲੱਖਾਂ ਬੰਦਿਆਂ ਨਾਲ ਸਾਡਾ ਪਿਆਰ ਹੋਵੇ, ਮੇਲ ਮਿਲਾਪ ਹੋਵੇ, ਪਰ ਸਾਧੂ ਦੀ ਸੰਗਤ ਤੋਂ ਬਿਨਾਂ ਮਨ ਨਹੀਂ ਰਾਜਦਾ। ਬਿਨ ਨਾਮੈ ਦੁੱਖ ਸੰਤਾਪ, ਅਤੇ ਨਾਮ ਤੋਂ ਬਿਨਾਂ ਤੇ ਦੁੱਖ ਹੈ, ਸੰਤਾਪ ਹੈ। ਦੁੱਖ ਸਰੀਰਕ ਦੁੱਖ ਹੁੰਦਾ, ਸੰਤਾਪ ਮਾਨਸਿਕ ਦੁੱਖ ਹੁੰਦਾ। ਇਸ ਲਈ ਨਾਮ ਜਪਦਾ ਨਹੀਂ, ਸਤ ਸੰਗਤ ਕਰਦਾ ਨਹੀਂ, ਲੋਕਾਂ ਨਾਲ ਬੜਾ ਮੇਲ ਮਿਲਾਪ ਹੈ, ਅੰਦਰੋਂ ਦੁੱਖ ਸੰਤਾਪ ਖਤਮ ਨਹੀਂ ਹੁੰਦਾ। ਉਹ ਤਾਂ ਸਤ ਸੰਗ 'ਚ ਆਉਣਾ ਸੀ, ਆ ਕੇ ਫਿਰ ਗੁਰੂ ਦੀ ਗੱਲ ਸੁਣਦੇ, ਫਿਰ ਗਿਆਨ ਹੁੰਦਾ, ਫਿਰ ਮਨੁੱਖ ਉਸ ਗਿਆਨ ਦੇ ਅਨੁਸਾਰ ਕਰਮ ਕਰਦਾ ਹੈ, ਨਾਮ ਜਪਦਾ ਹੈ, ਫਿਰ ਜਾ ਕੇ ਕੋਈ ਗੱਲ ਬਣਦੀ ਹੈ। ਹਰ ਜਪ ਜੀਰੇ ਛੁਟੀਐ, ਗੁਰਮੁਖ ਚੀਨੈ ਆਪ। ਜਿਹੜਾ ਗੁਰਮੁਖ ਹੁੰਦਾ ਹੈ, ਉਹ ਪਰਮਾਤਮਾ ਦਾ ਨਾਮ ਜਪ ਕੇ ਉਹਦਾ ਛੁਟਕਾਰਾ ਹੋ ਜਾਂਦਾ, ਜੰਮਣ ਮਰਨ ਤੋਂ ਛੁੱਟ ਜਾਂਦਾ। ਚੀਨੈ ਆਪ, ਅਤੇ ਆਪਣੇ ਆਪ ਨੂੰ ਜਾਣ ਲੈਂਦਾ। ਚੀਨਣ ਹੁੰਦਾ ਜਾਣਨਾ। ਗੁਰੂ ਰਾਹੀਂ ਆਪਣਾ ਗਿਆਨ ਹੁੰਦਾ ਕਿ ਮੈਂ ਕੌਣ ਹਾਂ। ਗੁਰੂ ਰਾਹੀਂ ਹੀ ਸਾਨੂੰ ਗਿਆਨ ਹੁੰਦਾ ਕਿ ਮੈਂ ਕੌਣ ਹਾਂ। ਜਿਵੇਂ ਸੰਤ ਵਰਿਆਮ ਸਿੰਘ ਜੀ ਲਿਖਦੇ ਕਿ ਮੈਂ 18 ਸਾਲਾਂ ਦਾ ਸੀ, ਮੇਰੇ ਮਾਤਾ ਪਿਤਾ ਜੀ ਸੰਤ ਈਸ਼ਰ ਸਿੰਘ ਮਹਾਰਾਜ ਨੂੰ ਮੰਨਿਆ ਕਰਦੇ ਸਨ। ਉਹ ਹਰ ਪੂਰਨਮਾਸ਼ੀ ਨੂੰ ਉੱਥੇ ਜਾਂਦੇ ਸਨ। ਇੱਕ ਵਾਰ ਮੈਨੂੰ ਵੀ ਨਾਲ ਲੈ ਗਏ। ਸੰਗਤ ਹੋਰ ਵੀ ਬੈਠੀ ਹੈ। ਮੈਂ ਜਦੋਂ ਗਿਆ, ਮੈਨੂੰ ਕਹਿੰਦੇ ਕਾਕਾ ਤੂੰ ਕੌਣ ਹੈ? ਕਹਿੰਦੇ ਮੈਂ ਚੁੱਪ। ਮੈਨੂੰ ਫਿਰ ਕਹਿੰਦੇ ਕਾਕਾ ਤੂੰ ਕੌਣ ਹੈ? ਕਹਿੰਦੇ ਮੈਂ ਚੁੱਪ। ਕੋਲੋਂ ਲੋਕ ਕਹਿੰਦੇ ਕਾਕਾ ਆਪਣਾ ਨਾਮ ਦੱਸ ਦੇ। ਮਹਾਂਪੁਰਖ ਕਹਿੰਦੇ ਤੁਹਾਨੂੰ ਨਹੀਂ ਪਤਾ ਮੈਂ ਕੀ ਪੁੱਛ ਰਿਹਾ, ਤੁਸੀਂ ਚੁੱਪ ਰਹੋ। ਕਹਿੰਦੇ ਕਾਕਾ ਤੂੰ ਕੌਣ ਹੈ? ਕਹਿੰਦਾ ਜੀ ਮੈਨੂੰ ਇਹ ਤਾਂ ਪਤਾ ਹੈ ਮੈਂ ਕੌਣ ਹਾਂ, ਪਰ ਮੈਨੂੰ ਦੱਸਣਾ ਨਹੀਂ ਆਉਂਦਾ। ਮਹਾਂਪੁਰਖਾਂ ਨੇ ਅੱਖਾਂ ਬੰਦ ਕਰ ਲਈਆਂ, ਬਹੁਤ ਸਮਾਂ ਅੱਖਾਂ ਬੰਦ ਰੱਖੀਆਂ। ਸਾਰੀ ਸੰਗਤ ਚੁੱਪ ਹੈ, ਉਡੀਕ ਰਹੀ ਵੀ ਦੇਖੋ ਕੀ ਕਹਿੰਦੇ। ਫਿਰ ਕਹਿੰਦੇ ਮਹਾਂਪੁਰਖ ਨੇ ਅੱਖਾਂ ਖੋਲ੍ਹੀਆਂ, ਕਹਿੰਦੇ ਕਾਕਾ ਸਿਰਫ ਇੱਕੋ ਕਦਮ ਰਹਿ ਗਿਆ ਤੇਰੀ ਯਾਤਰਾ ਦਾ, ਬਸ ਉਹ ਇਸ ਜਨਮ 'ਚ ਪੁੱਟ ਲੈ, ਤੇਰੀ ਯਾਤਰਾ ਪੂਰੀ ਹੋ ਜਾਏਗੀ। ਸੋ ਮੈਂ ਕੌਣ ਹਾਂ ਆ ਹੀ ਜਾਣਨਾ। ਗੁਰਮੁਖ ਚੀਨੇ ਆਪ, ਗੁਰਮੁਖ ਨੂੰ ਪਤਾ ਲੱਗਦਾ ਮੈਂ ਕੌਣ ਹਾਂ। ਕਿ ਉਹ ਦੱਸੀ ਗਏ ਜੀ ਮੈਂ ਪਿੱਛੇ ਆ ਸੀ, ਉਦੋਂ ਗਿਆ, ਉਦੋਂ ਗਿਆ, ਉਦੋਂ ਗਿਆ। ਕਹਿੰਦਾ ਜਦੋਂ ਮਨੁੱਖਾ ਜੀਵਨ 'ਚ ਮੈਂ ਪਹਿਲੀ ਵਾਰ ਆਇਆ ਨਾ, ਬਸ ਉਹ ਨਹੀਂ ਮੈਨੂੰ ਦੱਸਣਾ ਹੁੰਦਾ, ਬਾਕੀ ਸਾਰਾ ਮੈਨੂੰ ਪਤਾ ਹੈ। ਸੋ ਅਸੀਂ ਉਹਦੀ ਅੰਸ਼ ਹਾਂ, ਅਸੀਂ ਪਰਮਾਤਮਾ ਦੀ ਅੰਸ਼ ਹਾਂ, ਅਸੀਂ ਉਸੇ ਤੋਂ ਹੀ ਬਣੇ ਹੋਏ ਹਾਂ, ਉਹਦੇ ਨਾਲ ਹੀ ਜਾ ਕੇ ਮਿਲਣਾ ਹੈ। ਬਸ ਅਸੀਂ ਉਹਦੀ ਅੰਸ਼ ਹਾਂ।
ਨਾਮ ਜਪ ਜਪ ਕੇ ਉਸ ਦੇ ਨਾਲ ਹੀ ਮਿਲਣਾ ਹੈ। ਉਹਨੂੰ ਕਹਿੰਦੇ ਆਪਣਾ ਘਰ। ਜਿਹੜੇ ਸੰਤ ਮਹਾਂਪੁਰਖ ਹੁੰਦੇ ਨੇ ਉਹ ਆਪਣੇ ਘਰ ਜਾਂਦੇ ਨੇ। ਆਪਾਂ ਤਾਂ ਅੱਡ ਅੱਡ ਜੂਨੀਅਰ ਧੱਕੇ ਖਾਂਦੇ ਰਹਿੰਦੇ ਹਾਂ। ਉਹ ਜਿਸ ਘਰ ਤੋਂ ਆਏ ਸਨ, ਰੱਬੀ ਘਰ ਤੋਂ, ਉੱਥੇ ਵਾਪਸ ਚਲੇ ਜਾਂਦੇ ਹਨ। ਸੋ ਗੁਰੂ ਮਹਾਰਾਜ ਕਹਿੰਦੇ, ਹਰ ਜਪ ਜੀਰੇ ਛੁਟੀਐ ਗੁਰਮੁਖ ਚੀਨੈ ਆਪ। ਤੂੰ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ, ਤੈਨੂੰ ਆਪਣੇ ਆਪ ਦਾ ਗਿਆਨ ਹੋ ਜਾਏਗਾ, ਤੇਰਾ ਜੰਮਣ ਮਰਨ ਦਾ ਛੁਟਕਾਰਾ ਹੋ ਜਾਏਗਾ। ਅੱਗੇ ਕਹਿੰਦੇ, ਤਨ ਮਨ ਗੁਰ ਪਹਿ ਵੇਚਿਆ, ਮਨ ਦੀਆ ਸਿਰ ਨਾਲ, ਤ੍ਰਿਭਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ। ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਤਨ ਮਨ ਗੁਰ ਪਹਿ ਵੇਚਿਆ, ਮਨ ਦੀਆ ਸਿਰ ਨਾਲ। ਜਿਸ ਨੇ ਆਪਣਾ ਤਨ, ਆਪਣਾ ਮਨ ਗੁਰੂ ਨੂੰ ਵੇਚ ਦਿੱਤਾ ਹੈ, ਗੁਰੂ ਨੂੰ ਅਰਪਣ ਕਰ ਦਿੱਤਾ ਹੈ। ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਵੇਚ ਦਈਏ ਫਿਰ ਸਾਡੀ ਨਹੀਂ ਰਹਿੰਦੀ। ਮੇਰੇ ਕੋਲ ਮੱਝ ਸੀ, ਮੈਂ ਵੇਚਤੀ ਹੈ, ਫਿਰ ਮੇਰੀ ਤਾਂ ਨਾ ਰਹੀ, ਫਿਰ ਮੇਰੀ ਨਾ ਰਹੀ। ਉਹ ਜਿਹਨੂੰ ਵੇਚਦੀ ਉਹਦੀ ਹੋ ਗਈ। ਇਸ ਲਈ ਅਸੀਂ ਆਪਣਾ ਤਨ ਮਨ ਗੁਰੂ ਨੂੰ ਵੇਚ ਦੇਣਾ, ਭਾਵ ਗੁਰੂ ਨੂੰ ਅਰਪਣ ਕਰ ਦੇਣਾ। ਮਨ ਦੀਆ ਸਿਰ ਨਾਲ, ਸਿਰ ਦੇ ਨਾਲ ਮਨ ਵੀ ਦੇਣਾ ਹੈ। ਆਪਾਂ ਜਦੋਂ ਸਿਰ ਝੁਕਾਉਣਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਉਹਦਾ ਕੀ ਭਾਵ ਹੈ ਕਿ ਹੇ ਗੁਰੂ ਮਹਾਰਾਜ, ਤੁਸੀਂ ਗਿਆਨ ਵਿੱਚ, ਸਿਆਣਪ ਵਿੱਚ ਮੇਰੇ ਤੋਂ ਵੱਡੇ ਹੋ। ਸਿਰ ਹਮੇਸ਼ਾ ਵੱਡੇ ਦੇ ਅੱਗੇ ਝੁਕਾਇਆ ਜਾਂਦਾ ਹੈ। ਅਤੇ ਸਿਰ ਝੁਕਾਉਣ ਦਾ ਮਤਲਬ ਹੈ ਕਿ ਜੋ ਮੇਰੀ ਸੋਚ ਹੈ, ਜੋ ਮੇਰਾ ਗਿਆਨ ਹੈ, ਉਹ ਤੁਹਾਡੇ ਤੋਂ ਛੋਟਾ ਹੈ। ਇਸ ਲਈ ਤੁਸੀਂ ਕਿਰਪਾ ਕਰੋ, ਮੈਨੂੰ ਗਿਆਨਵਾਨ ਬਣਾਓ, ਮੇਰੀ ਸੋਚ ਉੱਚੀ ਕਰੋ। ਸੋ ਕਹਿੰਦੇ ਜਿੱਥੇ ਮਨ ਦੇਣਾ, ਉੱਥੇ ਸਿਰ ਵੀ ਨਾਲ ਹੀ ਦੇਣਾ। ਤ੍ਰਿਭਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ। ਕਹਿੰਦੇ ਤਿੰਨਾਂ ਭਵਨਾਂ ਦੀ ਮੈਂ ਖੋਜ ਕੀਤੀ, ਤਿੰਨਾਂ ਭਵਨਾਂ ਨੂੰ ਮੈਂ ਢੰਡੋਲਿਆ। ਗੁਰਮੁਖ ਖੋਜ ਨਿਹਾਲ। ਕਹਿੰਦੇ ਤਿੰਨਾਂ ਭਵਨਾਂ ਨੂੰ ਮੈਂ ਖੋਜਿਆ, ਪਰ ਮੈਨੂੰ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ। ਗੁਰਮੁਖ ਖੋਜ ਨਿਹਾਲ। ਜਦੋਂ ਗੁਰੂ ਰਾਹੀਂ ਮੈਂ ਖੋਜ ਕੀਤੀ, ਨਿਹਾਲ, ਕਹਿੰਦੇ ਮੈਂ ਪਰਮਾਤਮਾ ਦੇ ਦਰਸ਼ਨ ਕਰ ਲਏ। ਨਿਹਾਲ ਦੇ ਦੋ ਅਰਥ ਹੁੰਦੇ ਨੇ, ਸਿੱਖਾ ਨਿਹਾਲ, ਨਿਹਾਲ ਨਿਹਾਲ, ਅਤੇ ਦੂਜਾ ਦਾ ਨਿਹਾਲ ਹੁੰਦਾ ਦੇਖਣ। ਸੋ ਗੁਰਮੁਖ ਬਣ ਕੇ ਜਦੋਂ ਮਨੁੱਖ ਪਰਮਾਤਮਾ ਦੀ ਖੋਜ ਕਰਦਾ, ਫਿਰ ਉਹਦੇ ਦਰਸ਼ਨ ਕਰਦਾ ਹੈ। ਆਪਣੀ ਮਰਜ਼ੀ ਨਾਲ ਉਹਦੀ ਖੋਜ ਕੀਤਿਆਂ ਪ੍ਰਾਪਤ ਨਹੀਂ ਹੁੰਦਾ। ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਜਦੋਂ ਗੁਰੂ ਨੇ ਪਰਮਾਤਮਾ ਨਾਲ ਮੇਲ ਕਰਵਾਇਆ, ਫਿਰ ਪਤਾ ਲੱਗਾ ਕਿ ਪਰਮਾਤਮਾ ਦੇ ਨਾਲ ਹੀ ਹੈ, ਸੋ ਪ੍ਰਭ ਨਾਲ। ਜਦੋਂ ਗੁਰੂ ਨੇ ਪਰਮਾਤਮਾ ਨਾਲ ਮੇਲ ਮਿਲਾ ਦਿੱਤਾ, ਨਾਨਕ ਸੋ ਪ੍ਰਭ ਨਾਲ। ਇਹ ਨਾਨਕ, ਉਹ ਪਰਮਾਤਮਾ ਦੇ ਨਾਲ ਹੀ ਸੀ। ਫਿਰ ਉਹੀ ਨਾਲ ਹੈ ਜਿਹੜਾ ਹੁਣ ਸੱਚਖੰਡ ਵਸਦਾ ਜੀ, ਪਤਾ ਨਹੀਂ ਕਿਹੜੇ 7ਵੇਂ ਆਕਾਸ਼ 'ਤੇ ਵਸਦਾ ਜੀ। ਕੋਈ ਕਹਿੰਦਾ ਪਰਮਾਤਮਾ 7ਵੇਂ ਆਕਾਸ਼ 'ਤੇ ਵਸਦਾ ਜੀ। ਸਿੱਖ ਧਰਮ ਕਹਿੰਦੇ ਠੀਕ ਹੈ, ਉਹ ਸੱਚਖੰਡ 'ਚ ਵੀ ਵਸਦਾ ਹੈ, ਪਰ ਉਹਦੇ ਹਰ ਇੱਕ ਦੇ ਅੰਦਰ ਵਸਦਾ। ਸੱਚਖੰਡ 'ਚ ਵੀ ਵਸਦਾ ਹੈ ਅਤੇ ਹਰ ਇੱਕ ਦੇ ਅੰਦਰ ਵੀ ਵਸਦਾ ਹੈ। ਹੁਣ ਅੰਦਰੋਂ ਹੀ ਦੇਖਣਾ। ਜਿਸ ਕਿਸੇ ਨੂੰ ਅੰਦਰ ਪਰਮਾਤਮਾ ਦੇ ਦਰਸ਼ਨ ਹੋ ਜਾਣ, ਉਹਨੂੰ ਬਾਹਰ ਹਰ ਇੱਕ ਚੀਜ਼ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ। ਜਿਸ ਨੂੰ ਆਪਣੇ ਅੰਦਰੋਂ ਪਰਮਾਤਮਾ ਦੇ ਦਰਸ਼ਨ ਹੋ ਜਾਣ, ਉਹ ਬਾਹਰ ਜਿੱਧਰ ਵੇਖਦਾ ਉਹਨੂੰ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ। ਉੱਥੇ ਜਾ ਕੇ ਗੁਰਬਾਣੀ 'ਚ ਲਿਖਿਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉੱਥੇ ਜਾ ਕੇ ਸਾਡੀ ਇਹ ਸਮਝ ਹੀ ਨਹੀਂ ਗੱਲ ਆਉਂਦੀ ਕਿ ਕੀ ਪਰਮਾਤਮਾ ਤੋਂ ਬਿਨਾਂ ਹੋਰ ਹੈ ਹੀ ਨਹੀਂ। ਜਦੋਂ ਆਪਾਂ ਪੜ੍ਹਦੇ ਹਾਂ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ,
ਵੀ ਗੋਬਿੰਦ ਪਰਮਾਤਮਾ ਬਿਨਾਂ ਕੁਝ ਹੈ ਹੀ ਨਹੀਂ। ਅਤੇ ਅਗਲਾ ਕਹਿੰਦਾ ਫਿਰ ਅਸੀਂ ਕੀ ਹਾਂ? ਅਸੀਂ ਕੀ ਹਾਂ? ਅਜੇ ਅਸੀਂ ਵੀ ਹਾਂ ਅਤੇ ਪਰਮਾਤਮਾ ਵੀ ਹੈ। ਜਦੋਂ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ ਫਿਰ ਇਹ ਬਾਹਰੋਂ ਸਰੀਰ ਨਹੀਂ ਦਿਸੇਗਾ, ਦੇ ਅੰਦਰ ਜਿਹੜਾ ਪਰਮਾਤਮਾ ਵਸਦਾ ਉਹ ਦਿਸਣ ਲੱਗ ਜਾਂਦਾ, ਉਹ ਦਿਸਣ ਲੱਗ ਜਾਂਦਾ। ਇਸ ਲਈ ਫਿਰ ਸਾਰਿਆਂ 'ਚ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ। ਜਿਵੇਂ ਮਸ਼ੀਨ ਹੈ, ਆਪਾਂ ਇਹਨਾਂ ਅੱਖਾਂ ਨਾਲ ਆਪਣੇ ਸਰੀਰ ਨੂੰ ਬਾਹਰੋਂ ਵੇਖ ਸਕਦੇ ਹਾਂ। ਸਰੀਰ ਨੂੰ ਜੇ ਅੰਦਰੋਂ ਵੇਖਣਾ ਹੈ ਫਿਰ ਮਸ਼ੀਨ ਦੇ ਅੱਗੇ ਖੜਨਾ ਪਏਗਾ, ਫਿਰ ਮਸ਼ੀਨ ਦੱਸੀ ਜਾਏਗੀ ਆਹ ਤੇਰੇ ਫੇਫੜੇ ਨਹੀਂ ਠੀਕ ਆ, ਤੇਰਾ ਦਿਲ ਹੈ, ਤੇਰਾ ਫਲਾਣਾ ਹੈ, ਤੇਰਾ ਫਲਾਣਾ। ਉਂਝ ਨਹੀਂ ਦਿਸਦਾ, ਇਹਨਾਂ ਅੱਖਾਂ ਨਾਲ ਕੋਈ ਨਹੀਂ ਦਿਸਦੇ, ਫੇਫੜੇ ਨਾਲ, ਦਿਲ ਨਾਲ ਕੁਛ ਦੇ। ਉਹ ਮਸ਼ੀਨ ਰਾਹੀਂ, ਮਸ਼ੀਨ ਉੱਪਰੋਂ ਨਹੀਂ ਸਾਨੂੰ ਵਿਖਾਉਂਦੀ, ਅੰਦਰੋਂ ਕੀ ਉਹ ਵਿਖਾਉਂਦੀ ਹੈ, ਅੰਦਰ ਵਿਖਾਉਂਦੀ। ਵਧੀਆ ਕਾਢ ਹੈ ਵੀ ਮਸ਼ੀਨ ਦੀ ਹੈ। ਕਦੀ ਇੱਛਾ ਪੈਦਾ ਹੋਈ ਹੋਣੀ ਸਾਇੰਸਦਾਨਾਂ ਦੀ, ਯਾਰ ਹੈ ਬਾਹਰੋਂ ਤਾਂ ਸਰੀਰ ਦਿਸਦਾ ਹੈ, ਇਹਦੇ ਅੰਦਰ ਕੀ ਹੈ ਇਹ ਵੀ ਦਿਸਣਾ ਚਾਹੀਦਾ ਹੈ। ਦਿਵ ਦ੍ਰਿਸ਼ਟੀ ਦੇ ਕਿਸੇ ਕਰੋੜਾਂ 'ਚ ਕਦੇ ਦੀ ਖੁੱਲ੍ਹਦੀ ਹੈ ਅਤੇ ਮਸ਼ੀਨ 'ਤੇ ਘਰ ਕਰਨੇ ਹਨ। ਮਸ਼ੀਨਾਂ ਤਾਂ ਸਾਰੇ ਡਾਕਟਰਾਂ ਕੋਲ ਖੜ੍ਹੇ ਹੋਵੋ, ਦੱਸੀ ਜਾਣਗੇ ਆਹ ਹੈ, ਆਹ ਹੈ। ਹੁਣ ਪੇਟ ਦੇ ਵਿੱਚ ਹੀ ਕਿੰਨੀਆਂ ਚੀਜ਼ਾਂ ਨੇ ਜੀ। ਉਹ ਜਿਵੇਂ ਇੱਕ ਵਾਰੀ ਮੈਨੂੰ ਕਿਹਾ ਡਾਕਟਰਾਂ ਜੀ ਪੇਟ ਦਾ ਅਲਟਰਾਸਾਊਂਡ ਕਰਾਓ, ਉਹਦੇ ਵਿੱਚ ਹੀ ਪਿੱਤਾ ਹੈ, ਉਹਦੇ ਵਿੱਚ ਹੀ ਤਿਲੀ ਹੈ, ਉਹਦੇ ਵਿੱਚ ਹੀ ਬੜਾ ਕੁਛ ਹੈਗਾ। ਹਾਂਜੀ, ਉਹ ਸਾਰਾ ਦੱਸੇਗਾ ਵੀ ਠੀਕ ਹੈ, ਆਹ ਵੀ ਠੀਕ ਹੈ, ਆਹ ਵੀ ਠੀਕ ਹੈ, ਆਹ ਵੀ ਠੀਕ ਹੈ। ਮੈਂ ਜੀ ਫਿਰ ਮੇਰੇ ਜਿਹੜੇ ਪੇਟ 'ਚ ਗੈਸ ਕਿਉਂ ਬਣਦੀ? ਕਹਿੰਦੇ ਇਹਦੇ 'ਤੇ ਕੁਛ ਨਹੀਂ ਆ ਰਿਹਾ ਜੀ। ਗੈਸ ਜਿਹੜੀ ਮਸ਼ੀਨ 'ਚ ਨਹੀਂ ਆਉਂਦੀ, ਅੰਦਰ ਜਿਹੜੀ ਗੈਸ ਹੈ ਉਹ ਮਸ਼ੀਨ 'ਚ ਨਹੀਂ ਆਉਂਦੀ। ਇਹ ਤੁਹਾਡੇ ਸਾਰੇ ਅੰਗ ਨੇ, ਉਹ ਸਾਰੇ ਠੀਕ ਨੇ। ਹਾਂ, ਤੁਹਾਡੇ ਅੰਗ ਨੌਜਵਾਨਾਂ ਵਾਲੇ ਨੇ ਅੰਦਰੋਂ, ਬਾਹਰੋਂ ਠੀਕ ਹੈ, ਬੁਢਾਪੇ ਨੇ ਆਉਣਾ ਹੀ ਆਉਣਾ ਹੁੰਦਾ। ਹੌਲੀ ਹੌਲੀ ਫਿਰ ਪਤਾ ਲੱਗਾ ਵੀ ਓਹੋ ਇਹ ਤਾਂ ਫਲਾਣੀ ਚੀਜ਼ ਖਾਣ ਨਾਲ ਐਲਰਜੀ ਹੁੰਦੀ ਹੈ, ਉਹ ਛੱਡੀ ਹੈ ਤਾਂ ਜਾ ਕੇ ਕੋਈ ਠੀਕ ਹੋਇਆ ਹੈ, ਤਾਂ ਜਾ ਕੇ ਠੀਕ। ਨਹੀਂ ਤਾਂ ਕਿਸੇ ਨੇ ਕੋਈ ਦਵਾਈ ਦਿੱਤੀ, ਕਿਸੇ ਨੇ ਕੋਈ ਦਵਾਈ ਦਿੱਤੀ। ਉਹ ਤਾਂ ਜਿਉਂਦੀ ਰਹੇ ਬੀਬੀ ਬਾਜਵਾ, ਤਾਂ ਜਿਉਂਦੇ ਰਹਿਣ। ਉਹ ਜਿਹੜੇ ਮੈਨੂੰ ਉਹਦੇ ਕੋਲ ਲੈ ਕੇ ਗਏ, ਜਦ ਮੈਂ ਉਹਨੂੰ ਕਿਹਾ ਜੀ ਮੈਨੂੰ 30-35 ਸਾਲ ਹੋ ਗਏ ਖੰਘ ਲੱਗੀ ਹੋਈ ਹੈ, ਹੋਮੋਪੈਥੀ ਕੀ, ਆਯੁਰਵੈਦਿਕ ਕੀ, ਅੰਗਰੇਜ਼ੀ ਕੀ, ਮੈਂ CMC ਵੀ ਜਾਇਆ, ਫੋਰਟਿਸ ਦੇ ਵਿੱਚ ਵੀ ਜਾਇਆ ਹਾਂ। ਦਵਾਈ ਨਾਲ ਕੁਝ ਸਮਾਂ ਠੇਰ ਮੁੜ ਕੇ ਫੇਰ ਲੱਗ ਜਾਂਦੀ ਹੈ। ਕਹਿੰਦੀ ਤਾਂ ਮੈਂ ਜ਼ਰੂਰ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਹੈ, ਟੈਸਟ ਕਰਾਓ। ਜਦੋਂ ਟੈਸਟ ਕਰਾਇਆ ਪਤਾ ਲੱਗਾ ਸਰੋਂ ਦੇ ਸਾਗ ਤੋਂ ਐਲਰਜੀ ਹੈ, ਇੱਕ ਲੂਣ ਤੋਂ ਐਲਰਜੀ ਹੈ, ਗਾਂ ਦੇ ਦੁੱਧ ਤੋਂ ਐਲਰਜੀ ਹੈ, ਅਲਸੀ ਤੋਂ ਐਲਰਜੀ ਹੈ, ਖਰਬੂਜੇ ਤੋਂ ਐਲਰਜੀ ਹੈ। ਪਤਾ ਲੱਗਾ ਇਸ ਚੀਜ਼ ਤੋਂ ਹੈ। ਪਹਿਲੇ ਹੀ ਸੱਟੇ ਗਾਂ ਦਾ ਦੁੱਧ ਬੰਦ ਕੀਤਾ, ਸਰੋਂ ਦਾ ਸਾਗ ਬੰਦ ਕੀਤਾ, ਵੀ ਇਹਨਾਂ ਤੋਂ ਐਲਰਜੀ। ਚਲੋ ਅਲਸੀ ਦੀਆਂ ਪਿੰਨੀਆਂ ਖਾਣੀ ਦੇ ਜਾਂਦੇ ਸੀ ਸੰਗਤ, ਸਰਦੀਆਂ ਵੀ ਬਜ਼ੁਰਗ ਨੇ, ਚਲੋ ਅਲਸੀ ਦੀਆਂ ਪਿੰਨੀਆਂ ਦੇ ਕਹਿੰਦੇ ਚੰਗੀ ਹੁੰਦੀ, ਅਲਸੀ ਹੁੰਦੀ ਚੰਗੀ, ਇਹ 'ਚ ਕੋਈ ਸ਼ੱਕ ਨਹੀਂ। ਅਤੇ ਸਿਆਣੇ ਕਹਿੰਦੇ ਸੀ ਕਿਸੇ ਲਈ ਮਾਂ ਬਾਦੀ ਅਤੇ ਕਿਸੇ ਲਈ ਸੁਆਦੀ। ਇੱਕੋ ਹੀ ਚੀਜ਼ ਹਰ ਇੱਕ ਨੂੰ ਫਿੱਟ ਨਹੀਂ ਹੁੰਦੀ। ਉਹ ਜੋ ਕੁਛ ਆ ਗਿਆ ਫਿਰ ਉਹ ਕੁਛ ਛੱਡ ਦਿੱਤਾ ਤਾਂ ਜਾ ਕੇ ਖੜਾ ਛੁੱਟਿਆ। ਉਹ ਮਸ਼ੀਨਾਂ ਨੇ ਅੰਦਰੋਂ ਦੱਸਣਾ ਸ਼ੁਰੂ ਕਰਤਾ ਵੀ ਇਸ ਚੀਜ਼ ਤੋਂ ਇਸਨੂੰ ਐਲਰਜੀ ਦੀ। ਖੂਨ ਦਾ ਜਦੋਂ ਨਾ ਟੈਸਟ ਲਿਆ, ਸੋ ਇਸ ਲਈ ਹੁਣ ਮੇਰੇ ਕੋਲ ਜਿਹੜਾ ਕੋਈ ਆਉਂਦਾ ਜੀ ਵੀ ਆਹ ਹਟ ਨਹੀਂ ਰਿਹਾ ਜੀ ਮੇਰਾ, ਮੈਂ ਭਰਾਵਾ ਬਈ ਇਹਦਾ ਮਤਲਬ ਕਿਸੇ ਚੀਜ਼ ਤੋਂ ਤਾਂ ਫਿਰ ਐਲਰਜੀ ਹੋਏਗੀ ਨਾ। ਹੁਣ ਜਿਵੇਂ ਬੱਚਾ ਹੈ ਉਹਦੀ ਢਿੱਡ ਪੀੜ ਹੁੰਦੀ ਰਹਿੰਦੀ ਹੈ, ਉਂਝ ਕੋਈ ਨਹੀਂ ਪਤਾ ਲੱਗਦਾ। ਉਹ ਫਿਰ ਕਹੇ ਕਣਕ ਦੀ ਐਲਰਜੀ ਟੈਸਟ ਕਰਾਓ ਜੀ, ਉਹ ਆ ਜਾ ਹਾਂਜੀ ਇਹਨੂੰ ਕਣਕ ਤੋਂ ਐਲਰਜੀ ਹੈ, ਭਾਈ ਇਹਦਾ ਕਣਕ ਦੀ ਰੋਟੀ ਬੰਦ ਕਰ ਦਿਓ, ਉਹਦਾ ਪੇਟ ਠੀਕ ਹੋ ਜਾਂਦਾ ਹੈ। ਸੋ ਇਸ ਲਈ ਜਦੋਂ ਅੰਦਰ ਫਿਰ ਪਤਾ ਲੱਗੇਗਾ ਨਾ, ਫਿਰ ਦੇਖਦਾ ਬੰਦਾ ਵੀ ਪਰਮਾਤਮਾ ਦੇ ਨਾਲ ਹੀ ਹੈ। ਮੈਂ ਉਹਨੂੰ ਕਿਤੇ ਦੂਰ ਸਮਝੀ ਬੈਠਾ ਸੀ। ਸ਼੍ਰੀ ਰਾਗ ਮਹਿਲਾ ਪਹਿਲਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਤਪਾਲ ਹੀ, ਕਿਉਂਕਿ ਤੂੰ ਆ ਗਿਆ। ਪ੍ਰਤਪਾਲ ਹੀ ਦਾ ਮਤਲਬ ਪ੍ਰਤਪਾਲਨਾ ਕਰਦਾ ਹੈ। ਪ੍ਰਤਪਾਲ ਹੀ, ਤੂੰ ਪਾਲਣਾ ਪੋਸ਼ਣਾ ਕਰਦਾ ਹੈ, ਕਿਉਂਕਿ ਤੂੰ ਆ ਗਿਆ। ਜਿਵੇਂ
ਤੂੰ ਜਾਂਦਾ ਹੈ, ਤੂੰ ਰੋਟੀ ਖਾਂਦਾ ਹੈ, ਤੂੰ ਸਰਬ ਜੀਆਂ ਪ੍ਰਤਪਾਲ ਹੀ, ਲੇਖੈ ਸਾਸ ਗਰਾਸ। ਤੂੰ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਪ੍ਰਤੀ ਹਿੰਦੀ ਦਾ ਸ਼ਬਦ ਹੈ ਚੰਗੀ ਤਰ੍ਹਾਂ, ਪਾਲ ਹੀ ਪਾਲਦਾ ਹੈ, ਪ੍ਰਤਪਾਲ ਹੀ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਦਾ ਹੈ। ਇਹਨੂੰ ਪ੍ਰਿਤ ਨਹੀਂ ਪੜ੍ਹਦਾ, ਪ੍ਰਿਤਪਾਲ ਹੀ, ਜਿਵੇਂ ਕਈਆਂ ਦੇ ਨਾਮ ਪ੍ਰਿਤਪਾਲ ਸਿੰਘ ਹੁੰਦੇ ਨੇ। ਹਿੰਦੀ ਦੇ ਅਨੁਸਾਰ ਉਹ ਗਲਤ ਹੈ। ਹਿੰਦੀ ਦੇ ਹਿਸਾਬ ਪ੍ਰਿਤਪਾਲ ਨਹੀਂ ਹੁੰਦਾ, ਪ੍ਰਤਿਪਾਲ ਹੁੰਦਾ। ਹਿੰਦੀ ਪ੍ਰਤਿਪਾਲ ਹੁੰਦਾ। ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਨਾ, ਤੂੰ ਸਾਰੇ ਜੀਵਾਂ ਦੀ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਦਾ ਹੈ। ਲੇਖੈ ਸਾਸ ਗਰਾਸ। ਬਹੁਤ ਸਾਰੇ ਦਾ ਅਰਥ ਕਰਦੇ ਸਾਹ ਲੈਂਦੇ ਆ ਅਤੇ ਰੋਟੀ ਖਾਂਦੇ ਆ। ਉਹਨਾਂ ਨੂੰ ਪੁੱਛੇ ਰੋਟੀ ਖਾਂਦੇ ਪਾਣੀ ਪੀਂਦੇ ਨਹੀਂ ਫਿਰ ਇਹਦੇ ਕਈ ਕੁਛ ਹੈ। ਇੱਕ ਹਿੰਦੂ ਸਾਧੂ ਕਰ ਰਿਹਾ ਸੀ ਕਥਾ, ਕੁਦਰਤੀ ਉਹਨੇ ਕਿਹਾ ਸਾਸ ग्रास नाम जपना चाहिए। कहते तुम पूछोगे सांस ग्रास क्या होता है? कहते सांस लेना, ग्रास सांस छोड़ना। सांस लेते समय भी हिंदी सांस कहते ना, पंजाबी च हिंदी सवास भी कहते, आप साह कहने पंजाबी च। सवास ਜਾਂ सांस, ਸਵਾਸ तो आप पंजाबी बना ले साह, वो साह ले रहे जी। हिंदी कहते सांस ले रहा है, हिंदी वाले के वे सांस ले रहा है। वो कहते जब सांस लेता है उसको कहते सांस। ग्रास का मतलब जब सांस छोड़ता है। जब मान लो तुम सांस लेते हो बोलो राम, जब छोड़ते हो फिर बोलो राम। आप साह लेना है वाहिगुरु, साह बाहर कढ़ो वाहिगुरु, फिर कहो वाहिगुरु, साह छड्डो वाहिगुरु। ये सास सास सिमरो गोबिंद। खैर ਜਿਹੜੇ ਅਸੀਂ ਸਾਹ ਲੈ ਰਹੇ ਹਾਂ, ਸਾਹ ਛੜੇ ਲੇਖੇ 'ਚ ਨੇ ਵੀ ਇੰਨੇ ਹੋ ਗਏ, ਇੰਨੇ ਬਾਕੀ ਇਹਦੇ ਰਹਿ ਗਏ। ਇਹ ਵੀ ਹਿਸਾਬ ਕਿਤਾਬ ਨਹੀਂ ਹੈਗਾ। ਨਿਰੇ ਕਰਮਾਂ ਦਾ ਨਹੀਂ, ਸਵਾਸਾਂ ਦਾ ਵੀ ਹੈ। ngਣ ਘਾਲੇ ਸਭ ਦਿਵਸ ਸਾਸ, ਦਿਨ ਅਤੇ ਸਵਾਸ ਗਿਣ ਕੇ ਪਰਮਾਤਮਾ ਨੇ ਪਾਏ। ਫਿਰ ਹਾਂ ਹੁਣ ਇੰਨੇ ਸਾਹ ਲੈ ਲਏ, ਇੰਨੇ ਬਾਕੀ ਰਹਿ ਗਏ। ਆਪਣੇ ਤਾਂ ਗੁਰਬਾਣੀ ਕਿ ਗੰਗਾਣ ਕਾਲੇ ਸਭ ਦਿਵਸ ਸਾਸ, ਵੀ ਦਿਨ ਅਤੇ ਸਵਾਸ ਪਰਮਾਤਮਾ ਨੇ ਗਿਣ ਕੇ ਪਾਏ। ਜੋ ਯੋਗਾ ਵਾਲੇ ਹਨ, ਪਤੰਜਲੀ ਜੋ ਯੋਗ ਸ਼ਾਸਤਰ ਦਾ ਗਿਆਤਾ ਹੋਇਆ, ਪਿਤਾਮਾ ਹੋਇਆ, ਜਿੱਥੋਂ ਯੋਗ ਸ਼ਾਸਤਰ ਸ਼ੁਰੂ ਹੋਇਆ 35 ਸਾਲ 100 ਸਾਲ ਪਹਿਲਾਂ ਪਤੰਜਲੀ ਹੋਇਆ। ਉਹ ਕਹਿੰਦੇ ਨਹੀਂ ਹਮ ਸਾਂਸ ਲਿਖਵਾ ਕਰ ਆਏ ਹਾਂ, ਦਿਨ ਨਹੀਂ ਲਿਖਵਾ ਕੇ ਆਏ। ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਆਪਣੀ ਉਮਰ ਲੰਮੀ ਕਰ ਸਕਦੇ ਹੋ, ਤੁਸੀਂ ਆਪਣੀ ਲੰਮੀ ਉਮਰ ਕਰ ਸਕਦੇ ਹੋ। ਉਹ ਲਿਖਦਾ ਵੀ ਆਮ ਆਦਮੀ 1 ਮਿੰਟ ਵਿੱਚ 12 ਸਾਹ ਲੈਂਦਾ ਹੈ, ਉਹਦੀ ਉਮਰ ਮੰਨੀ ਜਾਂਦੀ 100 ਸਾਲ। ਜੋ 1 ਮਿੰਟ 'ਚ 8 ਸਾਹ ਲਵੇ ਉਹਦੀ ਉਮਰ 200 ਸਾਲ ਹੋ ਜਾਂਦੀ। ਜੋ 1 ਮਿੰਟ 'ਚ 4 ਸਾਹ ਲਵੇ ਉਹਦੀ ਉਮਰ 300 ਸਾਲ ਹੋ ਜਾਂਦੀ। ਜੋ 1 ਮਿੰਟ 'ਚ 1 ਸਾਹ ਲਵੇ ਉਹਦੀ ਉਮਰ 400 ਸਾਲ ਹੋ ਜਾਂਦੀ ਹੈ। ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਆਪਣੀ ਉਮਰ ਵਧਾ ਸਕਦੇ ਹੋ, ਤੁਹਾਡੀ ਆਪਣੀ ਹੈ। ਸਾਹ ਹੌਲੀ ਹੌਲੀ ਲਓ। ਉਹ ਕਹਿੰਦੇ ਜਿਵੇਂ ਦੌੜਾਕ ਨੇ, ਖਿਡਾਰੀ ਨੇ, ਇਹਨਾਂ ਨੂੰ ਸਾਹ ਜ਼ਿਆਦਾ ਲੈਣੇ ਪੈਂਦੇ ਨੇ, ਇਹਨਾਂ ਦੀ ਛੋਟੀ ਉਮਰ ਹੁੰਦੀ ਹੈ। ਸਾਧੂਆਂ ਸੰਤਾਂ ਦੀ ਇਸ ਲਈ ਉਮਰ ਲੰਮੀ ਹੋ ਜਾਂਦੀ ਹੈ ਕਿ ਹੌਲੀ ਹੌਲੀ ਸਾਹ ਲੈਂਦੇ। ਉਹਨਾਂ ਦੇ ਮਨ 'ਚ ਕਾਹਲ ਨਹੀਂ ਹੁੰਦੀ, ਉਹਨਾਂ ਕੋਲ ਭੱਜ ਨੱਠ ਨਹੀਂ ਕਰਨੀ ਹੁੰਦੀ। ਉਹ ਬੈਠੇ ਨੇ ਚੌਂਕੜੀਆਂ ਮਾਰ ਕੇ, ਸਹਿ ਸੁਭਾਅ ਹੌਲੀ ਹੌਲੀ ਸਾਹ ਲੈਂਦੇ, ਲੰਮੇ ਸਾਹ ਲੈਂਦੇ। ਇਸ ਲਈ ਉਹ ਆਪਣੀ ਉਮਰ ਵਧਾ ਲੈਂਦੇ ਹਨ। ਖੈਰ ਕਹਿਣ ਦਾ ਭਾਵ ਹੈ ਜੋ ਅਸੀਂ ਸਾਹ ਲੈ ਰਹੇ ਹਾਂ ਨਾ, ਇਹ ਵੀ ਲੇਖੇ 'ਚ ਨੇ, ਇਹ ਵੀ ਲੇਖੇ 'ਚ ਨੇ ਵੀ ਬਾਕੀ ਕਿੰਨੇ ਰਹਿ ਗਏ। ਅੰਤਰ ਗੁਰਮੁਖ ਤੂੰ ਵਸੈਂ, ਤੂੰ ਗੁਰੂ ਦੇ ਅੰਦਰ ਵਸਦਾ। ਉਹੀ ਤਾਂ ਸਾਡੇ ਅੰਦਰ ਹੀ ਵਸਦਾ ਹੈ। ਜਦੋਂ ਕਹਿੰਦੇ ਅੰਤਰ ਗੁਰਮੁਖ ਤੂੰ ਵਸੈਂ, ਤੂੰ ਗੁਰੂ ਦੇ ਅੰਦਰ ਵਸਦਾ ਹੈ। ਤੁਸੀਂ ਕਹੋ ਸਾਡੇ 'ਚ ਨਹੀਂ ਵਸਦਾ। ਇੱਕ 'ਚ ਹੁੰਦਾ ਹੈ ਗੁਪਤ ਰੂਪ 'ਚ ਵਸਣਾ, ਇੱਕ 'ਚ ਹੁੰਦਾ ਪ੍ਰਗਟ ਰੂਪ 'ਚ ਵਸਣਾ। ਸਾਡੇ 'ਚ ਪਰਮਾਤਮਾ ਗੁਪਤ ਰੂਪ 'ਚ ਵਸਦਾ ਹੈ, ਗੁਰੂ ਦੇ ਵਿੱਚ ਪ੍ਰਗਟ ਰੂਪ 'ਚ ਵਸਦਾ ਹੈ। ਅਸੀਂ ਪਰਮਾਤਮਾ ਸਾਡੇ ਦੇ ਗੁਪਤ ਰੂਪ 'ਚ ਹੈ, ਅਸੀਂ ਉਸ ਤੋਂ ਕੰਮ ਨਹੀਂ ਲੈ ਸਕਦੇ ਕਿਉਂਕਿ ਤਾਂ ਗੁਪਤ ਹੈ।
ਗੁਰੂ ਦੇ ਅੰਦਰ ਪ੍ਰਗਟ ਰੂਪ 'ਚ ਹੁੰਦਾ ਹੈ। ਉਹ ਜੋ ਪਰਮਾਤਮਾ ਨੂੰ ਕਹਿੰਦਾ ਪਰਮਾਤਮਾ ਮੰਨ ਲੈਂਦਾ, ਹਾਂ ਬਈ ਉਹ ਪ੍ਰਗਟ ਰੂਪ 'ਚ ਹੈ। ਬ੍ਰਹਮ ਗਿਆਨੀ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ। ਅਸੀਂ ਪਰਮਾਤਮਾ ਨੂੰ ਹੀ ਪ੍ਰਗਟ ਕਰਨਾ, ਚਾਹੇ 10 ਜਨਮ ਲਾ ਜਾਣ, 15 ਉਹਦੇ ਖੜਾ ਛੁੱਟਣਾ, ਨਹੀਂ ਤਾਂ ਜੰਮੀ ਜਾਓ ਮਰੀ ਜਾਓ। ਠੀਕ ਹੈ, ਸਾਡੇ ਵਰਗੇ ਅਰਦਾਸ ਤੇ ਹਰਕ ਦੀ ਕਰਨੀ, ਚੋਰ ਦੀ ਵੀ ਕਰਨੀ, ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਜੇ ਚੋਰਾਂ, ਡਾਕੂਆਂ, ਲਟੇਰਿਆਂ, ਠੱਗਾਂ, ਬਦਮਾਸ਼ਾਂ ਨੂੰ ਨਿਵਾਸ ਮਿਲਣ ਲੱਗੇ ਫਿਰ ਤਾਂ ਗੱਲਾਂ ਹੀ ਬਾਤ। ਫਿਰ ਤਾਂ ਕਿਆ ਕਹਿਣਾ, ਫਿਰ ਤਾਂ ਪਤਾ ਨਹੀਂ ਕਿੰਨੇ ਕੁ ਸਵਰਗ ਬਣਾਉਣੇ ਪੈਣੇ ਸਨ। ਗੁਰਬਾਣੀ ਦੇ 84 ਨਰਕ ਨੇ ਅਤੇ ਸਵਰਗ ਤਾਂ ਇੱਕੋ ਹੀ ਹੈ। ਇਹਦੇ ਪਰਮਾਤਮਾ ਨੂੰ ਪਤਾ ਹੋਣਾ ਇਹਨਾਂ ਮੇਰੇ ਬੰਦਿਆਂ ਨੇ ਪੁੱਠੇ ਕੰਮ ਕਰਨ, ਮੇਰੀ ਗੱਲ ਨਹੀਂ ਮੰਨੀ ਇਹਨੇ, ਇਹ ਨਰਕ ਜ਼ਿਆਦਾ ਬਣਾ ਦੇ। ਸਵਰਗ ਤਾਂ ਇੱਕੋ ਹੀ ਹੈ। ਅਤੇ ਉੱਥੇ ਬੜੇ ਘੱਟ ਹੋਣੇ ਨੇ। ਉੱਥੇ ਆਬਾਦੀ ਜਿਵੇਂ ਕਨੇਡਾ ਦੀ, ਆਸਟ੍ਰੇਲੀਆ ਦੀ ਆਬਾਦੀ ਬਹੁਤ ਥੋੜ੍ਹੀ ਹੈ। ਆਸਟ੍ਰੇਲੀਆ ਦੀ ਆਬਾਦੀ ਪੰਜਾਬ ਤੋਂ ਵੀ ਘੱਟ ਹੈ, ਅਤੇ ਕਨੇਡਾ ਦੀ ਪੰਜਾਬ ਜਿੰਨੀ ਆਬਾਦੀ ਹੈ। ਅਤੇ ਜਿਹੜਾ ਕਨੇਡਾ ਦੇਸ਼ ਹੈ ਹਿੰਦੁਸਤਾਨ ਨਾਲੋਂ 8 ਗੁਣਾ ਵੱਡਾ ਹੈ। ਇਸ ਤਰ੍ਹਾਂ ਕਈ ਗੁਣਾ ਵੱਡਾ ਆਸਟ੍ਰੇਲੀਆ, ਹਿੰਦੁਸਤਾਨ ਕਈ ਗੁਣਾ, ਅਤੇ ਆਬਾਦੀ 3.25 ਕਰੋੜ ਕੁੱਲ। ਆਪੇ ਹੀ ਫਿਰ ਉਹ ਦੂਰ ਦੂਰ ਹੋਣੇ, ਵਸੋਂ ਆਪੇ ਹੀ ਦੂਰ। ਆਸਟ੍ਰੇਲੀਆ 5,000 ਕਿਲੋਮੀਟਰ 'ਤੇ ਜਾ ਕੇ ਦੂਜਾ ਸ਼ਹਿਰ ਆਉਂਦਾ ਹੈ, ਸ਼ਹਿਰ ਹੀ ਨਹੀਂ ਕੋਈ ਆਉਂਦਾ। ਖੈਰ, ਸੋ ਗੁਰੂ ਦੇ ਅੰਦਰ ਪਰਮਾਤਮਾ ਪ੍ਰਗਟ ਰੂਪ 'ਚ ਹੁੰਦਾ ਹੈ। ਗੁਪਤ ਰੂਪ ਤੋਂ ਅਸੀਂ ਕੋਈ ਲਾਭ ਨਹੀਂ ਉਠਾ ਸਕਦੇ। ਉਹਦੇ ਉਦਾਹਰਨਾਂ ਮੈਂ ਤੁਹਾਨੂੰ 2 ਵਾਰੀ ਦਿੱਤੀ ਮੈਂ, ਬਈ ਪਾਣੀ ਧਰਤੀ 'ਚ ਗੁਪਤ ਰੂਪ 'ਚ ਸੀ, ਲੱਖਾਂ ਸਾਲ ਬੰਦਾ ਰਹੇਗਾ, ਦਰਿਆਵਾਂ ਦੇ ਕੰਢੇ ਰਿਹਾ, ਉਹਨੂੰ ਇਹ ਪਤਾ ਹੀ ਨਹੀਂ ਸੀ ਧਰਤੀ ਹੇਠਾਂ ਪਾਣੀ ਹੈ। ਜਦੋਂ ਪਤਾ ਲੱਗਾ ਉਹਨੇ ਨਲਕਾ ਖੂਹ ਲਾ ਲਿਆ, ਸਭ ਤੋਂ ਖੂਹ ਲਾਏ ਵੀ ਆਹ। ਫਿਰ ਇੱਕ ਹੋਰ ਖੋਜ ਕਰੇ, ਨਲਕਾ ਲਾ ਲਿਆ, ਫਿਰ ਟਿਊਬਵੈੱਲ ਲਾ ਲਿਆ। ਦੇਖੋ ਕਿੰਨਾ ਉਸ ਧਰਤੀ ਦੇ ਪਾਣੀ ਦਾ ਫਾਇਦਾ ਉਠਾ ਲਿਆ ਮਨੁੱਖ ਨੇ। ਜਿੰਨਾ ਚਿਰ ਗੁਪਤ ਰੂਪ ਸੀ ਪਾਣੀ, ਉਹ ਬੰਦਾ ਕੋਈ ਫਾਇਦਾ ਹੀ ਨਹੀਂ ਉਠਾ ਸਕੇ। ਜਦੋਂ ਦੇ ਦਰਖਤ ਬਣੇ ਨੇ, ਅੱਗ ਉਦੋਂ ਦੀ ਦਰਖਤਾਂ 'ਚ ਹੈ, ਪਰ ਪਤਾ ਹੀ ਨਹੀਂ ਸੀ। ਅੱਗ ਗੁਪਤ ਰੂਪ ਸੀ, ਬੰਦਾ ਕੱਚਾ ਮਾਸ ਹੀ ਖਾਈ ਗਿਆ ਸਦੀਆਂ ਤੱਕ। ਕਿਸੇ ਕਾਰਨ, ਗਰਮੀ ਕਾਰਨ ਜੰਗਲ ਲੱਗ ਗਈ ਅੱਗ, ਫਿਰ ਬੰਦੇ ਨੂੰ ਪਤਾ ਲੱਗਾ ਵੀ ਆਹ ਵੀ ਕੋਈ ਚੀਜ਼ ਹੈ। ਬਸ ਫਿਰ ਉੱਥੋਂ ਕਈ ਵਾਰੀ ਕੋਈ ਚੀਜ਼ ਉਸ ਅੱਗ 'ਚ, ਮੰਨ ਲਓ ਕੋਈ ਜਾਨਵਰ ਸੜ ਗਿਆ ਹੈ, ਭੁੱਜ ਗਿਆ, ਉਹਨੂੰ ਖਾਧਾ, ਪਤਾ ਲੱਗਾ ਆਹ ਠੀਕ ਹੈ, ਅਤੇ ਬਸ ਫਿਰ ਅੱਗ ਤੋਂ ਦੇਖੋ ਬਸ ਫਿਰ ਕਿੰਨੇ ਫਾਇਦੇ ਉਠਾਏ। ਇਸ ਤਰ੍ਹਾਂ ਹੀ ਜਿਹਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਏ ਨਾ, ਬਸ ਜਿੰਨਾ ਮਰਜ਼ੀ ਫਿਰ ਪਰਮਾਤਮਾ ਤੋਂ ਫਾਇਦਾ ਉਠਾ ਲਓ। ਹੁਣ ਤਾਂ ਅਸੀਂ ਬੇਨਤੀ ਹੀ ਕਰਦੇ ਹਾਂ, ਸੱਚੇ ਪਾਤਸ਼ਾਹ ਪਾਠ ਕੀਤਾ, ਸਿਮਰਨ ਕੀਤਾ, ਬੇਨਤੀ ਕੀਤੀ, ਅਤੇ ਗੁਰੂ ਉਹ ਤਾਂ ਗੁਰੂ ਦੇ ਅੰਦਰ ਤਾਂ ਪਰਮਾਤਮਾ ਪ੍ਰਗਟ ਹੀ ਹੈ। ਉਹ ਤਾਂ ਜੋ ਮਰਜ਼ੀ ਕੰਮ ਲੈ ਲੈਣ। ਧੰਨਾ ਭਾਗ ਜੀ ਗੁਰੂ ਪਰਮਾਤਮਾ ਪ੍ਰਗਟ ਕਰਕੇ ਆਪਣੀ ਖੇਤੀਬਾੜੀ ਰੱਬ ਤੋਂ ਕਰਵਾਈ। ਜੋ ਮਰਜ਼ੀ ਕਰਵਾ ਲਓ, ਰੱਬ ਕਹਿੰਦਾ ਮੇਰੀ ਬੰਦੀ ਭਗਤ ਛਡਾਵੇ, ਬੰਦ ਹੈ ਭਗਤ ਨਾ ਛੁਟੇ। ਸੋ ਪਰਮਾਤਮਾ ਰੱਬ ਨੂੰ ਬੰਨ੍ਹ ਲੈਂਦਾ ਹੈ। ਪਰਮਾਤਮਾ ਰੱਬਾਂ ਭਗਤਾਂ ਦੇ ਅਧੀਨ ਹੈ। ਅੰਤਰ ਗੁਰਮੁਖ ਤੂੰ ਵਸੈ, ਜਿਉਂ ਭਾਵੈ ਤਿਉਂ ਨਿਰਜਾਸ। ਨਿਰਜਾਸ ਦਾ ਨਿਰਣਾ ਕਰਨਾ, ਫੈਸਲਾ ਕਰਨਾ। ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਉਵੇਂ ਫੈਸਲਾ ਕਰਦਾ। ਸਾਡੇ ਤੋਂ ਪੁੱਛ ਕੇ ਨਹੀਂ ਕਰਦਾ। ਪਰਮਾਤਮਾ ਸਾਡੇ ਤੋਂ ਪੁੱਛ ਕੇ ਨਹੀਂ ਕਰਦਾ, ਆਪਣੀ ਮਰਜ਼ੀ ਕਰਦਾ ਹੈ। ਜੀਅ ਰੇ ਰਾਮ ਜਪਤ ਮਨ ਮਾਨ, ਅੰਤਰ ਲਾਗੇ ਜਲ ਬੁਝੇ, ਪਾਇਆ ਗੁਰਮੁਖ ਗਿਆਨ। ਜੀਅ ਰੇ, ਹੇ ਜਿੰਦੇ, ਹੇ ਮਨਾ, ਰਾਮ ਜਪਤ, ਰਾਮ ਦਾ ਨਾਮ ਜਪ, ਮਨ ਮਾਨ, ਤੇਰਾ ਮਨ ਮੰਨ ਜਾਏਗਾ। ਹੁਣ ਤਾਂ ਮਨ ਰੱਬ ਨੂੰ ਮੰਨ ਹੀ ਨਹੀਂ ਰਿਹਾ। ਠੀਕ ਹੈ, ਅਜੇ ਸਾਡਾ ਪੂਰੀ ਤਰ੍ਹਾਂ ਮਨ ਨਹੀਂ ਮੰਨਿਆ ਰੱਬ ਨੂੰ। ਜੇ ਜਿੱਦੇ ਪੂਰੀ ਤਰ੍ਹਾਂ ਮਨ ਮੰਨ ਗਿਆ ਨਾ ਰੱਬ ਨੂੰ, ਫਿਰ ਬਸ ਸਿਮਰਨ ਤੋਂ ਬਿਨਾਂ ਅਸੀਂ ਹੋਰ ਕੋਈ ਕੰਮ ਹੀ ਨਹੀਂ ਕਰਨਾ। ਇਹ ਤਾਂ ਜੇ ਮਨ ਨਹੀਂ ਮੰਨ ਨਹੀਂ ਰਿਹਾ। ਇਹ ਨਾਮ ਜਪ ਜਪ ਕੇ ਪਹਿਲਾਂ ਮਨ ਮਨਾਉਣਾ ਹੈ। ਜਦੋਂ ਮਨ ਮਾਨਿਆ ਤੋ ਹਰ ਜਾਣਿਆ, ਆਉਂਦਾ ਨਾ। ਜਦੋਂ ਮਨ ਮੰਨੇਗਾ ਫਿਰ ਹੀ ਪਰਮਾਤਮਾ ਨੂੰ ਅਸੀਂ ਜਾਣ ਸਕਦੇ ਹਾਂ। ਅਜੇ ਤਾਂ ਸਾਰਾ ਜ਼ੋਰ ਮਨ ਨੂੰ ਮਨਾਉਣ 'ਤੇ ਲੱਗਿਆ ਹੋਇਆ। ਜਿੱਦੇ ਮਨ ਮੰਨ ਗਿਆ, ਕੀ ਨਿਸ਼ਾਨੀ ਹੈਗੀ? ਮਨ ਠਹਿਰ ਜਾਏਗਾ, ਮਨ ਇੱਧਰ ਉੱਧਰ ਨਹੀਂ ਜਾਏਗਾ।
और रुक जाएगा। ਜਦੋਂ ਮਨ ਰੁਕ ਗਿਆ ਉਹ ਬੇਅੰਤ ਸ਼ਕਤੀਸ਼ਾਲੀ ਹੋ ਜਾਂਦਾ ਹੈ। ਫਿਰ ਜੋ ਮਨੁੱਖ ਕਰਨਾ ਚਾਹੇ ਕਰ ਸਕਦਾ ਹੈ। ਜਿਉਂ ਹੀ ਮਨ ਰੁਕਦਾ ਮਨੁੱਖ ਦੀ ਸਮਾਧੀ ਲੱਗ ਜਾਂਦੀ ਹੈ। ਜਦੋਂ ਸਮਾਧੀ ਲੱਗਦੀ ਹੈ ਇਹ ਜੀਵ ਆਤਮਾ ਪਰਮਾਤਮਾ ਨੂੰ ਮਿਲਦੀ ਹੈ। ਫਿਰ ਉਹਦਾ ਗਿਆਨ ਹਾਸਲ ਕਰਦੀ ਹੈ। ਜਿਉਂ-ਜਿਉਂ ਵਾਰੀ ਜੋ ਸਮਾਧੀ ਲੱਗਦੀ ਹੈ ਰੱਬ ਬਾਰੇ ਗਿਆਨ ਹੋ ਜਾਂਦਾ। ਅੰਤ ਨੂੰ ਮਨੁੱਖ ਬ੍ਰਹਮ ਗਿਆਨੀ ਹੋ ਜਾਂਦਾ। ਬ੍ਰਹਮ ਰੱਬ ਨੂੰ ਕਹਿੰਦੇ, ਬ੍ਰਹਮ ਗਿਆਨੀ ਰੱਬ ਨੂੰ ਜਾਣਨ ਵਾਲਾ। ਇਸ ਲਈ ਕਹਿੰਦੇ ਹੇ ਜੀਅਰੇ ਤੂੰ ਰਾਮ ਜਪ ਨਾਮ ਜਪ ਤੇਰਾ ਮਨ ਮੰਨ ਜਾਏਗਾ। ਲਾਗੀ ਅੰਤਰ ਲਾਗੇ ਜਲ ਬੁਝੀ ਪਾਇਆ ਗੁਰਮੁਖ ਗਿਆਨ। ਜਦੋਂ ਗੁਰੂ ਦੀ ਰਾਹੀਂ ਗਿਆਨ ਦੀ ਪ੍ਰਾਪਤੀ ਹੋ ਗਈ। ਜਿਹੜਾ ਸੰਸਾਰਿਕ ਗੁਰੂ ਹੁੰਦਾ ਉਸ ਤੋਂ ਸੰਸਾਰਿਕ ਗਿਆਨ ਦੀ ਪ੍ਰਾਪਤੀ, ਜਿਵੇਂ ਟੀਚਰ ਹੈ ਉਹ ਸਾਨੂੰ ਸੰਸਾਰਿਕ ਗਿਆਨ ਦਿੰਦਾ ਹੈ, ਗੁਰੂ ਸਾਨੂੰ ਰੱਬ ਦਾ ਗਿਆਨ ਦਿੰਦਾ ਹੈ। ਦੋਨੋਂ ਹੀ ਚਾਹੀਦੇ ਨੇ। ਇਸ ਸੰਸਾਰ 'ਚ ਵਧੀਆ ਤਰੀਕੇ ਨਾਲ ਜਿਉਣ ਲਈ ਦੋਨੋਂ ਗਿਆਨ ਚਾਹੀਦੇ ਨੇ, ਬਾਹਰੀ ਵੀ ਅੰਦਰ ਵਾਲਾ ਵੀ। ਸੰਸਾਰ 'ਚ ਕੀ ਹੋ ਰਿਹਾ ਹੈ, ਸੰਸਾਰ 'ਚ ਕਿਵੇਂ ਅਸੀਂ ਵਿਚਰਨਾ ਹੈ, ਸੰਸਾਰ 'ਚ ਕਿਵੇਂ ਲੈਣਾ ਦੇਣਾ ਹੈ, ਇਹ ਵੀ ਗਿਆਨ ਹੋਣਾ ਚਾਹੀਦਾ ਹੈ। ਅਤੇ ਅੰਦਰਲਾ ਗਿਆਨ ਵੀ ਹੋਣਾ। ਅੰਦਰਲਾ ਗਿਆਨ ਗੁਰੂ ਦਿੰਦਾ ਹੈ, ਸੰਸਾਰੀ ਗਿਆਨ ਸੰਸਾਰਿਕ ਟੀਚਰ ਦਿੰਦੇ ਨੇ। ਪੁਰਾਣੇ ਜ਼ਮਾਨੇ ਟੀਚਰ ਨੂੰ ਵੀ ਗੁਰੂ ਕਿਹਾ ਕਰਦੇ ਸਨ। ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ। ਜਦੋਂ ਗੁਰੂ ਤੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ ਨਾ ਉਹ ਬੁਝ ਗਈ। ਅੰਤਰ ਲਾਗੀ ਜਲ ਬੁਝੀ, ਜਿਹੜੀ ਜਲਣ ਸੀ ਨਾ ਅੰਦਰ ਤ੍ਰਿਸ਼ਨਾਵਾਂ ਦੀ ਜਲਣ, ਉਹ ਕਹਿੰਦੇ ਬੁਝ ਗਈ। ਕਿਉਂ? ਗਿਆਨ ਹੋ ਗਿਆ। ਗਿਆਨ ਹੋ ਗਿਆ, ਤ੍ਰਿਸ਼ਨਾਵਾਂ ਦੀ ਅੱਗ ਬੁਝ ਗਈ ਹੈ। ਤ੍ਰਿਸ਼ਨਾਵਾਂ ਖਤਮ ਹੋ ਗਈਆਂ ਨੇ, ਚਿੰਤਾ ਖਤਮ ਹੋ ਗਈ। ਇੱਛਾ ਹੀ ਨਹੀਂ, ਚਿੰਤਾ ਕਾਹਦੀ ਹੈ? ਚਿੰਤਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇੱਛਾ ਅੰਦਰ ਪੈਦਾ ਹੁੰਦੀ ਹੈ। ਇੱਕ ਇੱਛਾ ਇੱਕ ਚਿੰਤਾ, 10 ਇੱਛਾਵਾਂ 10 ਚਿੰਤਾਵਾਂ। ਅੱਜ ਮਨੁੱਖ ਦੇ ਅੰਦਰ ਕਿੰਨੀਆਂ ਹੀ ਇੱਛਾਵਾਂ ਨੇ, ਇਸ ਸਰੀਰ ਨੂੰ ਕਿੰਨੀਆਂ ਹੀ ਚਿੰਤਾਵਾਂ ਨੇ। ਜਦੋਂ ਪਰਮਾਤਮਾ ਦਾ ਗਿਆਨ ਹੁੰਦਾ ਇਹ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ। ਭਾਵੇਂ ਕਿ ਤ੍ਰਿਸ਼ਨਾ ਵਿਰਲੇ ਕੀ ਬੁੱਝੀ ਹੈ। ਕਿਸੇ ਵਿਰਲੇ ਟਾਵੇਂ ਦੀ ਤ੍ਰਿਸ਼ਨਾ ਬੁੱਝਦੀ ਹੈ, ਪਰ ਗੁਰਬਾਣੀ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਇਹ ਸਿਮਰਨ ਨੇ ਤ੍ਰਿਸ਼ਨਾਵਾਂ ਅੰਦਰੋਂ ਖਤਮ ਕਰ ਦੇਣੇ। ਜਦੋਂ ਇੱਛਾ ਪੈਦਾ ਹੁੰਦੀ ਹੈ, ਆਪਾਂ ਕਈ ਵਾਰੀ ਕੁਝ ਚੀਜ਼ ਵੇਖਦੇ ਹਾਂ, ਇੱਛਾ ਪੈਦਾ ਹੋ ਗਈ, ਉਹਨੂੰ ਖਰੀਦਣ ਦੀ ਸਮਰੱਥਾ ਨਹੀਂ ਹੈ, ਦੁਖੀ ਹੋਈ ਜਾਂਦੇ ਹਾਂ। ਜਾਂ ਤੁਹਾਡੇ ਅੰਦਰ ਇੱਛਾ ਪੈਦਾ ਹੋ ਗਈ ਮੈਂ ਆਹ ਚੀਜ਼ ਘਰ ਲੈ ਕੇ ਜਾਂ ਘਰ ਵਾਲਾ ਕਹਿੰਦਾ ਨਹੀਂ ਇਹ ਨਹੀਂ ਲੈਣੀ, ਹੋ ਗਏ ਨਾ ਦੁਖੀ ਤੁਸੀਂ। ਕਿਉਂ? ਤੁਹਾਡੀ ਇੱਛਾ ਪੂਰੀ ਨਹੀਂ ਹੋਈ। ਇੱਛਾ ਹੈ ਪਰ ਪੂਰੀ ਨਹੀਂ ਹੋਈ। ਨੂੰ ਕੁਛ ਖਰੀਦਣਾ ਚਾਹੁੰਦੀ, ਉਹਨੂੰ ਪਸੰਦ ਹੈ ਕੁਛ, ਇੱਛਾ ਪੂਰੀ ਹੋਈ। ਸੱਸ ਕਹਿੰਦੀ ਖਬਰਦਾਰ ਜੇ ਨਹੀਂ ਖਰੀਦਣੀ ਹੈ, ਰਹਿ ਗਏ ਵਿੱਚ ਇੱਛਾ। ਜਿੱਥੇ ਇੱਛਾ ਹੋਏਗੀ ਉੱਥੇ ਚਿੰਤਾ ਹੋਏਗੀ, ਜਿੱਥੇ ਆਸ ਹੋਏਗੀ ਉੱਥੇ ਚਿੰਤਾ ਹੋਏਗੀ ਹੀ ਹੋਏਗੀ। ਅਤੇ ਸੰਸਾਰੀ ਬੰਦੇ ਦੀ ਕੋਈ ਨਾ ਕੋਈ ਇੱਛਾ ਹੁੰਦੀ ਹੀ ਹੁੰਦੀ ਹੈ। ਇਸ ਲਈ ਸੰਸਾਰੀ ਬੰਦੇ ਨੂੰ ਮੈਂ ਕਹਿਣਾ ਤੁਸੀਂ ਸੁਖੀ ਹੋ ਹੀ ਨਹੀਂ ਸਕਦੇ। ਸੰਸਾਰੀ ਬੰਦਾ ਨਹੀਂ ਸੁਖੀ ਹੋ ਸਕਦਾ, ਇਹਨੂੰ ਕੋਈ ਨਾ ਕੋਈ ਚਿੰਤਾ ਲੱਗੀ ਰਹਿੰਦੀ ਹੈ। ਇਸ ਲਈ ਸੰਸਾਰੀ ਨੂੰ ਨਹੀਂ ਉਮੀਦ ਕਰਨੀ ਚਾਹੀਦੀ ਵੀ ਮੇਰਾ ਮਨ ਸ਼ਾਂਤ ਹੋਵੇਗਾ। ਨੋ, ਇੱਕ ਇੱਛਾ ਪੂਰੀ ਹੁੰਦੇ ਸਾਰੀ ਦੂਜੀ ਨਾਲ ਦੀ ਨਾਲ ਖੜੀ ਹੋ ਜਾਂਦੀ ਹੈ। ਇਹ ਮਨ ਕਦੇ ਵੀ ਇੱਛਾ ਰਹਿਤ ਨਹੀਂ ਹੁੰਦਾ। ਇਹ ਤਾਂ ਇੱਛਾ ਰਹਿਤ ਉਦੋਂ ਹੁੰਦਾ ਜਦੋਂ ਇਹਨੂੰ ਗਿਆਨ ਦੀ ਪ੍ਰਾਪਤੀ ਹੋ ਜਾਏ। ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕ ਉਤਾਰ। ਸੰਕ ਮਨੇ ਸ਼ੰਕਾ। ਜਦੋਂ ਮਨੁੱਖ ਗੁਰੂ ਨੂੰ ਬਿਨਾਂ ਕਿਸੇ ਸ਼ੰਕੇ ਦੇ ਮਿਲਦਾ, ਮੰਨ ਲਓ ਮੈਂ ਪਾਠ ਦਿੱਤਾ, ਮੇਰਾ ਕੰਮ ਹੋ ਜਾਏਗਾ ਜੀ। ਮੈਂ ਤੂੰ ਅਜੇ ਪਾਠ ਸ਼ੁਰੂ ਹੀ ਨਹੀਂ ਕੀਤਾ, ਤੂੰ ਪਹਿਲੇ ਹੀ ਗਰੰਟੀ ਮੰਗਦਾ। ਡਾਕਟਰ ਕੋਲ ਮਰੀਜ਼ ਜਾਂਦਾ ਹੈ, ਡਾਕਟਰ ਆਪਣੇ ਵੱਲੋਂ ਪੂਰਾ ਜ਼ੋਰ ਲਾਉਂਦਾ ਉਹਨੂੰ ਬਚਾਉਣ ਦਾ, ਪਰ ਗਰੰਟੀ ਨਹੀਂ ਦਿੰਦਾ। ਡਾਕਟਰ ਗਰੰਟੀ ਨਹੀਂ ਦਿੰਦਾ ਤੁਹਾਡਾ ਮਰੀਜ਼ ਮੈਂ ਬਚਾ ਦਿਆਂਗਾ ਜੀ, ਮੈਂ ਤਾਂ ਪੂਰਾ ਜ਼ੋਰ ਲਾਵਾਂਗਾ। ਉਹ ਆਪਣਾ ਜ਼ੋਰ ਲਾਉਂਦਾ, ਜਦੋਂ ਦੇਖਦਾ ਮੇਰੇ ਵੱਸ ਦਾ ਨਹੀਂ,
ਉਹ ਕਹਿੰਦਾ ਜੀ ਇਹਨੂੰ ਕਿਸੇ ਹੋਰ ਹਸਪਤਾਲ ਲੈ ਜਾਓ, ਇਹ ਸਾਡੇ ਵੱਸ ਦਾ ਨਹੀਂ। ਜਿਹੜਾ ਉਹਨਾਂ ਦੇ ਵੱਸ ਦਾ ਹੁੰਦਾ ਉਹਨੂੰ ਠੀਕ ਕਰ ਦਿੰਦੇ ਨੇ, ਬਾਕੀ ਜਵਾਬ ਦਿੰਦੇ ਨੇ, ਜਵਾਬ ਦਿੰਦੇ। ਕਈ ਵਾਰ ਵੱਡੇ ਵੱਡੇ ਹਸਪਤਾਲਾਂ ਦੇ ਵੱਸ ਦਾ ਨਹੀਂ ਹੁੰਦਾ। 3-4 ਸਾਲ ਹੋਏ ਮੇਰੇ ਕੋਲ ਅੰਮ੍ਰਿਤਸਰ ਦੇ ਆਇਆ ਸੀ ਪਰਿਵਾਰ, ਕਹੀਂ ਸਾਡਾ ਮੁੰਡਾ PGI ਦਾਖਲ ਹੈ ਜੀ, ਡਾਕਟਰ ਨੇ ਜਵਾਬ ਦਿੱਤਾ ਕਿ ਇਹ ਨਹੀਂ ਬਚਦਾ, ਇਹਨੂੰ ਲੈ ਜਾਓ। PGI ਵਾਲੇ ਜਵਾਬ ਦੇ ਦੇਣ, ਕਿੰਨਾ ਬੰਦਾ ਨਿਰਾਸ਼ ਹੁੰਦਾ ਹੈ, ਨੌਜਵਾਨ ਮੁੰਡਾ ਹੈ। ਅਗਲਾ ਕਹਿੰਦਾ ਹੁਣ ਕਿੱਥੇ ਜਾਈਏ। ਕੁਦਰਤੀ ਉਹਨਾਂ ਦਾ ਇੱਥੇ ਰਿਸ਼ਤੇਦਾਰ ਰਹਿੰਦਾ ਸੀ ਪਟਿਆਲੇ, ਉਹਨਾਂ ਟੈਲੀਫੋਨ ਕੀਤਾ ਵੀ ਜਿੰਨਾ ਬਾਬਿਆਂ ਕੋਲ ਤੁਸੀਂ ਜਾਂਦੇ ਹੋ ਉਹਨਾਂ ਨੂੰ ਪੁੱਛਿਓ ਜਰਾ। ਉਹ ਆ ਗਿਆ, ਕਹਿੰਦਾ ਜੀ ਟਾਈਮ ਤਾਂ ਨਹੀਂ ਹੈ ਅਰਦਾਸ ਦਾ, ਪਰ ਮੇਰੀ ਬੇਨਤੀ। ਮੈਂ ਬੋਲੋ ਜੀ, ਵੀ ਇਸ ਤਾਂ ਸਾਡੇ ਰਿਸ਼ਤੇਦਾਰ ਇਸ ਨਾਮ ਦਾ ਹੈ। PGI ਵਾਲੇ ਉਹਨੂੰ ਜਵਾਬ ਦਿੱਤਾ ਹੈ। ਮੈਂ ਹੁਕਮਨਾਮਾ ਲਿਆ, ਮੈਂ ਅੱਜ ਇਸ ਮੁੰਡੇ ਦੀ ਬਹੁਤ ਉਮਰ ਰਹਿੰਦੀ ਹੈ। ਫਿਰ ਮੈਂ ਗੁਰੂ ਮਹਾਰਾਜ ਕਿੱਥੋਂ ਠੀਕ ਹੋਏਗਾ? ਕਹਿੰਦੇ ਫੋਰਟਿਸ ਤੋਂ ਠੀਕ ਹੋਏਗਾ। ਮੈਂ ਜੀ ਇਹ ਫੋਰਟਿਸ ਤੋਂ ਠੀਕ ਹੋਵੇਗਾ। ਉਹਨੇ ਟੈਲੀਫੋਨ ਕਰਤਾ, ਉਹਦੀ ਉੱਥੋਂ ਰਿਲੀਵ ਕਰਾ ਲਿਆ, ਫੋਰਟ 'ਚ ਲੈ ਗਏ। 7 ਦਿਨ ਫੋਰਟ 'ਚ ਰਿਹਾ, ਤੰਦਰੁਸਤ ਹੋ ਗਿਆ, ਤੰਦਰੁਸਤ ਹੋ ਗਿਆ। ਹੁਣ ਉਹਨਾਂ ਰਾਹੀਂ ਉਹਨੇ ਤੰਦਰੁਸਤ ਹੋਣਾ ਸੀ, ਕਿਉਂਕਿ ਅਜੇ ਉਹਦੀ ਉਮਰ ਰਹਿੰਦੀ ਸੀ। ਫਿਰ ਢੋਹ ਟੁੱਕ ਗਿਆ, ਉਹਦੀ ਉਮਰ ਰਹਿੰਦੀ ਸੀ, ਇਸ ਲਈ ਪ੍ਰਭਾਤ ਢੋਹ ਟਕਾਤਾ। ਉਹਨਾਂ ਨੂੰ ਸੁੱਝ ਗਈ। ਮੈਂ ਕੁਦਰਤੀ ਉਸ ਵੇਲੇ ਘਰ ਸੀ, ਗੁਰੂ ਮਹਾਰਾਜ ਨੇ ਕਿਰਪਾ ਕਰਤੀ, ਉਹ ਤਾਂ ਠੀਕ ਹੋ ਗਿਆ। ਸੋ ਇਸ ਲਈ ਗੁਰੂ ਨੂੰ ਬਿਨਾਂ ਸ਼ੰਕੇ ਦੇ ਮਿਲਣਾ ਜੀ, ਸ਼ੰਕਾ ਨਹੀਂ ਕਰਨੀ ਚਾਹੀਦੀ ਗੁਰੂ 'ਤੇ। ਆਮ ਕਹਾਵਤ ਹੈ ਕਿ ਗੁਰੂ 'ਤੇ ਸ਼ੰਕਾ ਕਰਨ ਦਾ ਮਤਲਬ ਹੈ ਕਿ ਜਿਸ ਬੇੜੀ ਦੇ ਵਿੱਚ ਤੁਸੀਂ ਬੈਠੇ ਹੋ, ਜਿਸ ਕਿਸ਼ਤੀ ਦੇ ਵਿੱਚ ਤੁਸੀਂ ਬੈਠੇ ਹੋ, ਤੁਸੀਂ ਉਹਦੇ 'ਚ ਹੀ ਮੋਰੀ ਕਰ ਲਈਏ। ਹੁਣ ਜਦੋਂ ਆਪ ਹੀ ਮੋਰੀ ਕਰ ਲਓਗੇ, ਪਾਣੀ ਕਿਸ਼ਤੀ 'ਚ ਭਰ ਜਾਏਗਾ, ਕਿਸ਼ਤੀ ਡੁੱਬ ਜਾਏਗੀ, ਤੁਸੀਂ ਵੀ ਡੁੱਬ ਜਾਓਗੇ ਨਾਲ। ਸ਼ੰਕਾ ਨਹੀਂ ਕਰਨਾ। ਗੁਰ ਮਿਲੀਏ ਸੰਕ ਉਤਾਰ, ਸ਼ੰਕਾ ਹਟਾ ਕੇ ਗੁਰੂ ਨੂੰ ਮਿਲਣਾ। ਫਿਰ ਕੀ ਹੁੰਦਾ? ਅੰਤਰ ਕੀ ਗਤ ਜਾਣੀ। ਫਿਰ ਅੰਦਰਲੀ ਅਵਸਥਾ ਦਾ ਗੁਰੂ ਰਾਹੀਂ ਪਤਾ ਲੱਗ ਜਾਂਦਾ ਹੈ। ਮੋਇਆਂ ਜਿਤ ਕਰ ਜਾਈਏ ਤਿਤ ਜੀਵਦਿਆਂ ਮਰ ਮਰ। ਮੋਇਆਂ ਮਰ ਕੇ ਜਿਸ ਘਰ ਵਿੱਚ ਜਾਣਾ ਨਾ, ਕਹਿੰਦਾ ਜਿਉਂਦਿਆਂ ਹੀ ਮਰ ਹੁੰਦਾ ਮੌਤ। ਹਰਾਰੇ ਨੇ ਕਰਨਾ ਔਂਕੜ ਲੱਗੇ, ਨਾਉਨ ਬਣਾਇਆ ਮਰ, ਮੌਤ। ਜਿਉਂਦਿਆਂ ਹੀ ਉਸ ਮੌਤ ਨੂੰ ਮਾਰ ਲੈ। ਕਹਿੰਦਾ ਜੇ ਤੂੰ ਮਰ ਕੇ ਤਾਂ ਜਾਣੇ, ਜਿਉਂਦੇ ਮੌਤ ਨੂੰ ਮਾਰ ਲੈ, ਤਾਂ ਜੋ ਤੂੰ ਜਿਉਂਦਿਆਂ ਹੀ ਆਪਣੇ ਘਰ 'ਚ ਪਹੁੰਚ ਜਾਏ। ਮਰ ਕੇ ਤਾਂ ਜਾਣਾ ਹੀ ਹੈ। ਧਰਮ ਕਹਿੰਦਾ ਅਸਲ ਉਹ ਹੈ ਜਿਹੜਾ ਜਿਉਂਦਿਆਂ ਹੀ ਆਪਣੇ ਘਰ ਜਾਵੇ, ਜਿਉਂਦੇ ਹੀ ਪਰਮਾਤਮਾ ਨੂੰ ਮਿਲੇ। ਕਿਉਂਕਿ ਕਬੀਰ ਸਾਹਿਬ ਕਹਿੰਦੇ ਕੀ ਪਤਾ ਵੀ ਮਰਨ ਤੋਂ ਬਾਅਦ ਕੀ ਗਤੀ ਹੋਏਗੀ, ਕੀ ਹਾਲਤ ਮਨੁੱਖ ਦੀ, ਰੱਬ ਮਿਲੇ ਨਾ ਮਿਲੇ। ਅਸਲ ਤਾਂ ਉਹ ਹੈ ਜਿਉਂਦੇ ਹੀ ਗਤੀ ਹੋ ਜਾਏ, ਜਿਉਂਦੇ ਹੀ ਮੁਕਤੀ ਹੋ ਜਾਏ। ਮਰਨ ਮੁਕਤ ਕਿਨ ਪਾਈ, ਕਬੀਰ ਸਾਹਿਬ ਕਹਿੰਦੇ ਮਰਨ ਤੋਂ ਬਾਅਦ ਮੁਕਤੀ ਕਿਸ ਨੂੰ ਮਿਲੇ? ਕਿਸੇ ਨੂੰ ਕੀ ਪਤਾ ਮੁਕਤੀ ਮਿਲੇ? ਜਿਉਂਦੇ ਮੁਕਤੀ ਮਿਲਣੀ ਚਾਹੀਦੀ। ਜਦੋਂ ਬੀਬੀ ਜੀ ਅਖੀਰ 'ਤੇ ਬਿਮਾਰ ਰਹਿਣ ਲੱਗ ਪਏ ਤਾਂ ਮੈਨੂੰ ਸੰਤ ਸੀਤਲ ਸਿੰਘ ਮਹਾਰਾਜ ਪ੍ਰਗਟ ਹੋ ਗਏ। ਮੈਨੂੰ ਕਹਿੰਦੇ ਭਿੰਡਰ ਸਾਹਿਬ ਕਹਿੰਦੇ ਸੀ, ਭਿੰਡਰ ਸਾਹਿਬ ਹਰ ਹਫ਼ਤੇ ਇਹਨਾਂ ਲਈ ਅਖੰਡ ਪਾਠ ਕਰਾਉਣਾ, ਜਿੰਨਾ ਚਿਰ ਜਿਉਂਦੇ ਨੇ। ਮੈਂ ਕੀ ਅਰਦਾਸ ਕਰਨੀ ਹੈ? ਕਹਿੰਦੇ ਇਹਨੇ ਨਾ ਤੰਦਰੁਸਤ ਨਹੀਂ ਹੋਣਾ, ਤੰਦਰੁਸਤ ਦੀ ਅਰਦਾਸ ਨਹੀਂ ਕਰਨੀ, ਤੰਦਰੁਸਤ ਨਹੀਂ ਹੋਣਾ। ਤੂੰ ਅਰਦਾਸ ਕਰਨੀ ਹੈ ਵੀ ਜਿਉਂਦੇ ਜੀ ਹੀ ਇਹ ਮੁਕਤ ਹੋ ਜਾਣ, ਜਿਉਂਦੇ ਜੀ ਇਹਨਾਂ ਦੀ ਆਤਮਾ ਦਾ ਕਲਿਆਣ ਹੋਵੇ। ਬਸ ਇਹ ਕਰਨਾ। ਹਰ ਹਫ਼ਤੇ ਇੱਕ ਅਖੰਡ ਪਾਠ ਕਰਾਉਣਾ ਇਹਨਾਂ ਦੇ ਮਰਨ ਤੱਕ। 63ਵੇਂ ਅਖੰਡ ਪਾਠ 'ਤੇ ਜਾ ਕੇ ਫਿਰ ਉਹਨਾਂ ਸਰੀਰ ਤਿਆਗਿਆ ਸੀ। ਅਤੇ ਠੀਕ ਹੈ, ਅਖੰਡ ਪਾਠ ਦੇ ਉੱਪਰ ਸਨ, ਬੀਬੀ ਆਪ ਦੇਗ ਲੈ ਕੇ ਆਈ ਸੀ। ਹੇਠਾਂ ਵਿੱਚ ਬੀਬੀ ਜੀ ਗਾ ਰਹੇ ਸਨ ਨਾ ਸ਼ਬਦ, ਤੁਸੀਂ ਬੀਬੀ ਜੀ ਖੜ੍ਹੇ ਸਨ ਉੱਥੇ, ਮੌਜ ਆਪਣਾ ਗੇੜਾ ਗੂੜਾ ਲਾ ਜਾਂਦੇ ਨੇ। ਹਾਂ ਉੱਪਰ ਵੀ ਆਏ ਸਨ, ਉੱਪਰ ਦੇਗ ਲੈ ਕੇ ਆਏ ਸਨ। ਅਤੇ ਫਿਰ ਉਹ ਕਹਿ ਗਏ ਕਿ ਤੁਸੀਂ ਆਪਣਾ ਤਿਲਕਣ ਤੋਂ ਬਚਾ ਰੱਖਣਾ। ਖਤਰਾ ਟਲ ਗਿਆ, 25 ਤੋਂ ਲੈ ਕੇ 31 ਤੱਕ ਖਤਰਾ ਸੀ, ਉਹ ਤੁਹਾਡਾ ਟਲ ਗਿਆ ਹੈ। ਅਤੇ ਤੁਸੀਂ ਜਿਹੜਾ ਤਿਲਕਣ ਤੋਂ ਬਚਾ ਰੱਖਣਾ ਹੈ, ਇਹ ਖਿਆਲ ਰੱਖਣਾ। ਜੇ ਪਾਣੀ ਪੂਣੀ ਹੋਵੇ ਧਿਆਨ ਨਾਲ ਉੱਥੇ ਤੁਰਨਾ ਹੈ। ਖੈਰ
ਇਹ ਹੈ ਜਿਉਂਦੇ ਹੀ ਮੁਕਤ ਹੋ ਜਾਣਾ, ਜਿਉਂਦੇ ਹੀ ਕਲਿਆਣ ਹੋ ਗਿਆ। ਸੋ ਗੁਰੂ ਮਹਾਰਾਜ ਕਹਿੰਦੇ ਮੋਹਿਆਂ ਜਿਤ ਕਰ ਜਾਈਏ ਤਿਤ ਜੀਵਦਿਆਂ ਮਰ ਮਾਰ। ਮਰ ਕੇ ਜਿਸ ਘਰ 'ਚ ਜਾਣਾ ਉਹ ਜਿਉਂਦਿਆਂ ਹੀ ਕਹਿੰਦੇ ਆਪਣੇ ਅੰਦਰ ਮੌਤ ਜਿਹੜੀ ਉਹਨੂੰ ਮਾਰ ਲੈ ਅਤੇ ਜਿਉਂਦੇ ਉਸ ਘਰ 'ਚ ਪਹੁੰਚ ਜਾ। ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ। ਅਨਹਦ ਸ਼ਬਦ ਰੱਬੀ ਬਾਣੀ ਹੈ। ਅਨਹਦ ਹੁੰਦਾ ਆਪਣੇ ਆਪ ਵੱਜਣ ਵਾਲਾ, ਜਿਹਨੂੰ ਜਿਵੇਂ ਆਪਾਂ ਕਹਿੰਦੇ ਅਨਹਦ ਨਾਦ। ਅੰਦਰ ਆਪਣੇ ਆਪ ਸੰਗੀਤ, ਰੱਬੀ ਸੰਗੀਤ ਵੱਜ ਰਿਹਾ ਹੈ, ਉਹਨੂੰ ਕੋਈ ਵਜਾ ਨਹੀਂ ਰਿਹਾ, ਆਪੇ ਵੱਜ ਰਿਹਾ। ਔਰ ਇੱਕ ਪ੍ਰਕਾਰ ਦੇ ਨੇ ਜਿਵੇਂ ਔਰਕੈਸਟਰਾ ਹੁੰਦਾ, ਉਸ 'ਚ ਕਈ ਸਾਜ਼ ਹੁੰਦੇ ਨਾ, ਇਸ ਤਰ੍ਹਾਂ ਕਈ ਸਾਜ਼ ਫਿਰ ਇਕੱਠੇ ਹੀ ਵੱਜਦੇ ਨੇ। ਹਾਂਜੀ, ਜਦੋਂ ਅੰਦਰਲੇ ਕੰਨ ਖੁੱਲ੍ਹਦੇ ਨੇ, ਹੁਣ ਤਾਂ ਬਾਹਰਲੇ ਨੇ, ਸਾਨੂੰ ਇਹਨਾਂ ਕੰਨਾਂ ਨਾਲ ਸੰਗੀਤ ਸੁਣਦਾ ਹੈ। ਜਦੋਂ ਅੰਦਰਲੇ ਕੰਨ ਖੁੱਲ੍ਹਣਗੇ ਫਿਰ ਅੰਦਰ ਜਿਹੜਾ ਸੰਗੀਤ, ਰੱਬੀ ਸੰਗੀਤ ਵੱਜ ਰਿਹਾ, ਫਿਰ ਉਹ ਸੁਣਨਾ ਸ਼ੁਰੂ ਹੋ ਜਾਏਗਾ। ਅਤੇ ਜਿਨ੍ਹਾਂ ਨੂੰ ਸੁਣਦਾ ਹੈ ਉਹ ਕਹਿੰਦੇ ਇਹੋ ਜਿਹਾ ਸੰਗੀਤ ਬਾਹਰ ਸੰਸਾਰ 'ਚ ਹੈ ਹੀ ਨਹੀਂ। ਇੰਨੀ ਮਿੱਠੀ ਸੁਰ ਹੈ, ਧੁਨ ਹੈ ਉਸਦੀ, ਹਾਂ, ਕਿ ਬੰਦਾ ਮੰਤਰ ਮੁਗਧ ਹੋ ਜਾਂਦਾ, ਉਹ ਸੁਣਦਾ ਹੀ ਰਹਿੰਦਾ ਉਸਨੂੰ। ਉਹ ਹੈ ਅਨਹਦ ਸ਼ਬਦ ਸੁਹਾਵਣੇ। ਇਹ ਜਿਹੜੇ ਅਨਹਦ ਨਾਦ ਵੱਜਦੇ ਨੇ ਇਹ ਸੁਹਾਵਣੇ ਨੇ, ਸੋਹਣੇ ਲੱਗਦੇ ਨੇ। ਪਾਈਐ ਗੁਰ ਵਿਚਾਰ। ਪਰ ਇਹ ਅਵਸਥਾ ਕਦੋਂ ਪ੍ਰਾਪਤ ਹੁੰਦੀ ਹੈ? ਜਦੋਂ ਅਸੀਂ ਗੁਰੂ ਦੀ ਵਿਚਾਰ ਅਨੁਸਾਰ ਜੀਵਨ ਜਿਉਂਦੇ। ਗੁਰ ਵਿਚਾਰ, ਜਦੋਂ ਗੁਰੂ ਦੇ ਵਿਚਾਰ ਅਨੁਸਾਰ ਅਸੀਂ ਜੀਵਨ ਜਿਉਂਦੇ ਨਾ, ਫਿਰ ਇਹ ਸੁਣਾਈ ਦਿੰਦੇ ਨੇ। ਅਨਹਦ ਬਾਣੀ ਪਾਈਐ ਤੈਂ ਹਉਮੈ ਹੋਏ ਬਿਨਾਸ਼। ਜਿੱਥੇ ਅਨਹਦ ਰੱਬੀ ਬਾਣੀ, ਜਿਸ ਨੂੰ ਰੱਬੀ ਬਾਣੀ ਪ੍ਰਾਪਤ ਹੋ ਜਾਂਦੀ ਹੈ ਨਾ, ਤੈਂ ਉੱਥੋਂ ਹਉਮੈ ਹੋਏ ਬਿਨਾਸ਼। ਹਉਮੈ ਨਾਸ ਹੋ ਜਾਂਦਾ ਹੈ, ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਜਿਹਨੂੰ ਰੱਬੀ ਬਾਣੀ ਸੁਣਦੀ ਹੈ, ਜਿਹਨੂੰ ਅਨਹਦ ਨਾਦ ਸੁਣਦੇ ਨੇ, ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਸਤਿਗੁਰ ਸੇਵੇ ਆਪਣਾ ਹੋਂ ਸਦ ਕੁਰਬਾਨੇ ਤਾਸ। ਜਿਹੜਾ ਆਪਣੇ ਗੁਰੂ ਦੀ ਸੇਵਾ ਕਰਦਾ ਹੈ, ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ, ਹੋਂ ਸਦ ਕੁਰਬਾਨੇ ਤਾਸ। ਤਾਸ ਮੈਨੇ ਉਸ ਤੋਂ, ਮੈਂ ਉਸ ਤੋਂ ਸਦਾ ਹੀ ਕੁਰਬਾਨ ਜਾਂਦਾ। ਜਿਹੜਾ ਗੁਰੂ ਦੀ ਪਰਮਾਤਮਾ ਦੀ ਸੇਵਾ ਕਰਦਾ, ਕਹਿੰਦਾ ਉਸ ਤੋਂ ਮੈਂ ਸਦਾ ਹੀ ਕੁਰਬਾਨ ਜਾਂਦਾ। ਖੜ ਦਰਗਾਹ ਪਹਿਨਾਈਏ ਮੁਖ ਹਰ ਨਾਮ ਨਿਵਾਸ। ਖੜ ਹੁੰਦਾ ਲਿਜਾ ਕੇ, ਖੜ ਦਰਗਾਹ ਪਹਿਨਾਈਏ, ਉਹਨੂੰ ਦਰਗਾਹ 'ਚ ਲਿਜਾ ਕੇ ਨਾ ਸਰੋਪੇ ਪਾਏ ਜਾਂਦੇ ਨੇ। ਪਹਿਨਾਈ ਜਾਂਦਾ ਸਰੋਪੇ ਪਾਉਣਾ। ਦਰਗਾਹ 'ਚ ਲਿਜਾ ਕੇ ਉਹਦੇ ਗਲ 'ਚ ਸਰੋਪੇ ਪਾਏ ਜਾਂਦੇ ਨੇ। ਕਿਸਦੇ? ਮੁਖ ਹਰ ਨਾਮ ਨਿਵਾਸ। ਜਿਹਦੇ ਮੁਖ 'ਚ ਹਰੀ ਦੇ ਨਾਮ ਦਾ ਨਿਵਾਸ ਹੋ ਗਿਆ ਹੈ, ਭਾਵ ਜਿਹਦੇ ਮੁਖ 'ਚ ਪਰਮਾਤਮਾ ਦਾ ਨਾਮ ਵਸ ਗਿਆ ਹੈ। ਜਦੋਂ ਪਰਮਾਤਮਾ ਦਾ ਨਾਮ ਮੁਖ 'ਚ ਵਸਦਾ ਨਾ, ਇਹ ਰਸਨਾ ਆਪਣੇ ਆਪ ਹੀ ਵਾਹਿਗੁਰੂ 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 ਕਰਦੀ ਰਹਿੰਦੀ ਹੈ। ਜਦੋਂ ਰਸਨਾ ਆਪਣੇ ਆਪ ਵਾਹਿਗੁਰੂ ਕਰੇ, ਗੁਰਬਾਣੀ ਕਹਿੰਦੀ ਰਸਨਾ ਗੀਦੀ ਬੋਲਤ ਰਾਮ ਪੂਰਨ ਹੋਏ ਸਗਲੇ ਕੰਮ। ਗੀਦੀ ਹੁੰਦਾ ਗਿੱਝ ਜਾਣਾ। ਜਿਵੇਂ ਕੋਈ ਅਵਾਰਾ ਕੁੱਤਾ ਹੈ, ਤੁਸੀਂ ਕੁਦਰਤੀ ਗੇਟ ਕੋਲ ਬੈਠੇ, ਉਹ ਆ ਗਿਆ ਤੁਹਾਡੇ ਗੇਟ ਅੱਗੇ, ਤੁਸੀਂ ਉਹਨੂੰ ਖਾਣ ਨੂੰ ਕੁਛ ਪਾ ਦਿੱਤਾ ਹੈ। ਇਹ ਬੜੇ ਨੋਟ ਕਰਦੇ ਨੇ, ਕਿੰਨੇ ਵਜੇ ਖਾਣ ਨੂੰ ਦਿੱਤਾ, ਅਗਲੇ ਦਿਨ ਉਨੇ ਵਜੇ ਤੁਹਾਡੇ ਕੋਲ ਆਵੇਗਾ। ਤੁਸੀਂ ਫਿਰ ਉਹਨੂੰ ਖਾਣ ਨੂੰ ਦੇ ਦਿਓ, ਅਗਲੇ ਦਿਨ ਫਿਰ ਉਨੇ ਵਜੇ ਹੀ ਆਏਗਾ। 5-7 ਖਾਣ ਵਾਰੇ ਦਿਓ, ਫਿਰ ਆਪੇ ਹੀ ਆ ਕੇ ਤੁਹਾਡੇ ਬੂਹੇ ਕੇ ਬਹਿ ਜਾਏਗਾ, ਕਿ ਉਹ ਗਿੱਝ ਗਿਆ ਨਾ, ਉਹ ਗਿੱਝ ਗਿਆ। ਜਦੋਂ ਆਪਾਂ ਵਾਰੀ ਵਾਰੀ ਵਾਹਿਗੁਰੂ 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 ਇਸ ਰਸਨਾ ਕਰਦੇ ਰਹਿੰਦੇ ਕਰਦੇ ਰਹਿੰਦੇ ਕਰਦੇ ਰਹਿੰਦੇ, ਫਿਰ ਰਸਨਾ ਗੀਦੀ ਬੋਲਤ ਰਾਮ। ਇਹਨੂੰ ਫਿਰ ਗਿੱਝ ਜਾਂਦੀ ਹੈ। ਇਹ ਰਾਮ ਰਾਮ ਕਹਿੰਦੀ ਆਦੀ ਹੋ ਜਾਂਦੀ ਹੈ, ਇਹਨੂੰ ਆਦਤ ਪੈ ਜਾਂਦੀ ਹੈ। ਫਿਰ ਤੁਹਾਡੇ ਸਾਰੇ ਕੰਮ ਕਹਿੰਦੇ ਆਪਣੇ ਆਪ ਰਾਸ ਹੋ ਜਾਂਦੇ। ਰਸਨਾ ਗੀਦੀ ਬੋਲਤ ਰਾਮ ਪੂਰਨ ਹੋਏ ਸਗਲੇ ਕੰਮ। ਕਈਆਂ ਨੇ ਲਾਈਨ ਯਾਦ ਹੋਣੀ ਹੈ, ਪਰ ਅਜੇ ਰਸਨਾ ਗਿਝਾਇਆ ਹੀ ਨਹੀਂ ਹੈ, ਇਹਨੂੰ ਗਿਝਾਇਆ ਹੀ ਨਹੀਂ ਹੈ। ਜਦੋਂ ਕਦੇ ਯਾਦ ਆਉਂਦਾ ਲੱਗਦਾ ਵੈਰ ਵੈਰ ਕਰ, ਮੁੜ ਕੇ ਫਿਰ ਭੁੱਲ ਗਿਆ, ਗਿੱਝੀ ਨਹੀਂ ਨਾ ਅਜੇ।
ਗਿੱਜੀ ਨਾ ਹੁਣ ਕਰ ਸਾਡੇ ਕਾਰਜ ਰਾਸ ਨਹੀਂ ਹੁੰਦੇ, ਭਟਕਦੇ ਰਹਿੰਦੇ ਅਸੀਂ, ਰਾਸ ਨਹੀਂ ਹੁੰਦੇ। ਜਦੋਂ ਗਿੱਝ ਗਈ, ਤੁਸੀਂ ਬੈਠੇ ਹੋ, ਲੇਟੇ ਹੋ, ਤੁਰ ਫਿਰ ਰਹੇ ਹੋ, ਰਸੋਈ ਕੰਮ ਕਰ ਰਹੇ ਹੋ, ਝਾੜੂ ਫੇਰ ਰਹੇ ਹੋ, ਪੋਚਾ ਫੇਰ ਰਹੇ ਹੋ, ਕੱਪੜੇ ਧੋ ਰਹੇ ਹੋ, ਰਸਨਾ ਵਾਹਿਗੁਰੂ ਵਾਹਿਗੁਰੂ ਕਰਦੀ ਰਹੇ, ਸਮਝੋ ਹੁਣ ਗੱਲ ਬਣ ਗਈ। ਫਿਰ ਜਿੱਥੇ ਤੁਸੀਂ ਉੱਥੇ ਕਾਰਜ ਰਾਸ ਹੋਣੇ ਸ਼ੁਰੂ ਹੋ ਜਾਣਗੇ। ਜਦੋਂ ਨਾਮ ਦੀ ਅਵਸਥਾ ਹੁੰਦੀ, ਲੋਕ ਪੁੱਛਣ ਆ ਜਾਂਦੇ ਨੇ, ਬਾਬਾ ਜੀ ਕੋਈ ਕੰਮ ਹੋਏ ਦੱਸਿਓ। ਮੈਂ ਸੰਤਾਂ ਮਨ ਦੇਖਿਆ, ਮਨਿਸਟਰ ਕੀ ਹੋਰ ਕੀ ਲੋਕ, ਬਾਬਾ ਜੀ ਕੋਈ ਸੇਵਾ ਦੱਸੋ ਜੀ। ਮੈਂ ਦੇਖਿਆ ਇਹ ਰਸਨਾ ਗੀਦੀ ਬੋਲ ਤੇ ਰਾਮ, ਪੂਰਨ ਹੋਏ ਸਗਲੇ ਕੰਮ। ਇਸ ਲਈ ਨਾਮ ਜਪਿਆ ਕਰੋ, ਭਈ ਆਦਤ ਪਾਓ। ਕਿਉਂ ਆਦੀ ਨਹੀਂ ਨਾ, ਰਸਨਾ ਆਦਤ ਨਹੀਂ ਹੈ। ਆਦਤ ਪਾਉਣ ਲਈ ਸਾਨੂੰ ਇੱਕ ਵਾਰੀ ਮਿਹਨਤ ਕਰਨੀ ਪੈਂਦੀ ਹੈ। ਜੇ ਜਦੋਂ ਆਦਤ ਪੈ ਗਈ ਫਿਰ ਉਹੀ ਕੰਮ ਸੌਖਾ ਹੋ ਜਾਂਦਾ। ਕਿਸੇ ਕੰਮ ਨੂੰ ਵਾਰੀ ਵਾਰੀ ਕਰਦੇ ਰਹੋ, ਉਹਦੀ ਆਦਤ ਪੈ ਜਾਂਦੀ ਹੈ। ਜਦੋਂ ਸਾਨੂੰ ਕਿਸੇ ਕੰਮ ਦੀ ਆਦਤ ਪੈ ਜਾਏ ਫਿਰ ਕੰਮ ਕਰਨਾ ਸਾਨੂੰ ਸੌਖਾ ਹੋ ਜਾਂਦਾ ਹੈ। ਸੋ ਸ਼ੁਰੂ 'ਚ ਜਿਹੜਾ ਔਖਾ ਲੱਗਦਾ, ਇਹ ਰਸਨ ਜਿਹੜੀ ਹੈ, ਇਹ ਵਾਰੀ ਨੂੰ ਆਦਤ ਪਾਉਣੀ, ਵਾਹਿਗੁਰੂ 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 ਕਰਨ ਦੀ। ਹੌਲੀ ਹੌਲੀ ਫਿਰ ਉਹਨੂੰ ਆਦਤ ਪੈ ਜਾਏਗੀ, ਫਿਰ ਆਪੇ ਹੀ ਇਹ ਨਾਮ ਜਪਦੀ ਰਹੇਗੀ। ਨਾਲੇ ਨਾਮ ਜਪ ਕੇ ਪਵਿੱਤਰ ਹੋ ਜਾਏਗੀ। ਪਵਿੱਤਰ ਹੋਈ ਰਸਨਾ ਜੋ ਬੋਲੇਗੀ ਸੱਚ ਹੋ ਜਾਏਗਾ। ਪੁਰਾਤਨ ਜਿਹੜੇ ਸਾਧੂ ਜੰਗਲਾਂ 'ਚ ਰਹਿੰਦੇ ਸਨ, ਉਹ ਜੋ ਬੋਲਦੇ ਸਨ ਸੱਚ ਹੋ ਜਾਂਦਾ ਸੀ। ਕਿਉਂ? ਉਹਨਾਂ ਨੂੰ ਝੂਠ ਬੋਲਣ ਦੇ ਮੌਕੇ ਨਹੀਂ ਸੀ ਮਿਲਦਾ। ਅੱਜ ਤਾਂ ਦਿਨ 10 ਵਾਰੀ ਝੂਠ ਬੋਲਦੇ ਹਾਂ। ਵਾਹਿਗੁਰੂ ਵਾਹਿਗੁਰੂ ਕਰਕੇ ਬਾਣੀ ਪੜ੍ਹ ਕੇ ਰਸਨਾ ਪਵਿੱਤਰ ਕੀਤੀ, ਝੂਠ ਬੋਲ ਕੇ ਫਿਰ ਉਹ ਜਿਹੀ ਕਰ ਲਈ। ਸਾਡਾ ਤਾਂ ਸਿਆਪਾ ਹੈ। ਘਰ 'ਚ ਅਖੰਡ ਪਾਠ ਕਰਾਇਆ, ਘਰ ਪਵਿੱਤਰ ਕੀਤੇ, ਮਗਰ ਬੋਤਲ ਖੋਲ੍ਹ ਕੇ ਬਹਿ ਗਏ, ਹੁਣ ਮੁੜ ਕੇ ਵੈਸੇ ਜੈਸੇ ਇੱਥੇ ਹੋ ਗਏ। ਹੈ ਨਾ, ਸਾਡਾ ਤਾਂ ਹੈ। ਨਿੰਦਿਆ ਕਰ ਲਈ ਤਾਂ ਵੀ ਰਸਨਾ ਮੈਲੀ ਹੋ ਗਈ। ਨਾਮ ਜਪ ਕੇ ਸਾਫ ਸੁਥਰੀ ਕੀਤੀ, ਨਿੰਦਿਆ ਕਰਕੇ ਮੈਲੀ ਕਰ ਲਈ। ਝੂਠ ਬੋਲ ਕੇ ਮੈਲੀ ਕਰ ਲਈ, ਫਿਰ ਲੱਗੇ ਰਹੋ ਜੀ, ਫਿਰ ਝੂਠ ਬੋਲਿਆ, ਫਿਰ ਮੈਲੀ ਹੋ ਗਈ। ਇਹ ਸਾਫ ਹੀ ਨਹੀਂ, ਨਾ ਇਹ ਸਾਫ ਹੋਵੇ ਅਤੇ ਨਾ ਇਹਨੂੰ ਰਾਮ ਨਾਲ ਕਹਿਣ ਦੀ ਆਦਤ ਪਵੇ। ਕਈ ਲੋਕਾਂ ਦਾ ਜਨਮ ਤੋਂ ਹੀ ਮਨ ਪਵਿੱਤਰ ਹੁੰਦਾ ਹੈ, ਉਹ ਬੜੀ ਛੇਤੀ ਆਤਮਿਕ ਤਰੱਕੀ ਕਰਦੇ ਨੇ, ਕਿਉਂ? ਪਵਿੱਤਰ ਨੇ। ਪਿਛਲੇ ਜਨਮਾਂ 'ਚ ਸ਼ੁਭ ਕਰਮ ਕਰਦੇ ਰਹੇ, ਸ਼ੁਭ ਕਰਮ ਕਰਨ ਕਰਕੇ ਉਹਨਾਂ ਦੇ ਮਨ ਪਵਿੱਤਰ ਸਨ। ਬਚਪਨ 'ਚ ਲੱਗ ਗਏ, ਬਸ ਮੋਰਚਾ ਫਤਿਹ ਕਰਦਾ। ਅਸੀਂ ਪਤਾ ਨਹੀਂ ਕਿਹੜੇ ਕਰਮ ਕੀਤੇ, ਮਨ ਅਪਵਿੱਤਰ ਹੈ, ਉਹਨੂੰ ਪਵਿੱਤਰ ਕਰਦੇ ਕਈ ਵਾਰੀ ਸਾਰੀ ਉਮਰ ਲੰਘ ਜਾਂਦੀ ਹੈ। ਤਾਂ ਆਮ ਲੋਕਾਂ ਨੂੰ ਦੇਰ ਲੱਗ ਜਾਂਦੀ ਹੈ। ਸੋ ਸਾਡੇ ਵਰਗੀਆਂ ਫਿਰ ਜ਼ਿਆਦਾ ਮਿਹਨਤ ਕਰਨੀ ਪੈਂਦੀ ਮੈਲੇ ਮਨ ਨੂੰ ਪਵਿੱਤਰ ਕਰਨ ਦੀ। ਜਿੰਨਾ ਜ਼ਿਆਦਾ ਮੈਲਾ ਮਨ ਹੋਵੇਗਾ, ਇਹ ਨਾਮ ਜਪ ਨੂੰ ਜੀਓ ਹੀ ਨਹੀਂ ਅਦਾ ਕਰਦਾ। ਇਹ ਬਾਨੇ ਬੁੰਨ ਬਣ ਕੇ ਟਾਲ ਦਿੰਦਾ ਹੈ, ਕਿਉਂਕਿ ਮਨ ਮੈਲਾ ਹੈ, ਨਿਸ਼ਾਨੀ ਹੁੰਦੀ ਹੈ। ਤੁਸੀਂ ਕਹਿੰਦੇ ਪਾਏ ਸਤਸੰਗ ਆਓ, ਤੁਹਾਨੂੰ ਨਹੀਂ ਜਾਂਦਾ, ਬਾਣੀ ਨਹੀਂ ਪੜ੍ਹਦਾ, ਨਾਮ ਨਹੀਂ ਜਪਦਾ ਹੈ, ਕਿਉਂਕਿ ਮਨ ਇੰਨਾ ਮੈਲਾ ਹੈ ਕਿ ਮਨ ਇਸ ਪਾਸੇ ਨੂੰ ਜਾਂਦਾ ਹੀ ਨਹੀਂ। ਜਿੰਨਾ ਮਨ ਸਾਫ਼ ਹੋਏਗਾ, ਓਨਾ ਹੀ ਭਜਨ ਬੰਦਗੀ ਵਾਲੇ ਪਾਸੇ ਆਪਣੇ ਆਪ ਜਾਏਗਾ, ਆਪਣੇ ਆਪ ਜਾਏਗਾ। ਫਿਰ ਇੱਕ ਦਿਨ ਦੀ ਕੀਤੀ ਸੰਗਤ ਹੀ ਬਹੁਤ ਹੈ। ਸਾਫ਼ ਮਨ ਵਾਲਾ ਜੇ ਇੱਕ ਦਿਨ ਵੀ ਗੁਰੂ ਦੀ ਜਾਂ ਸਾਧ ਦੀ ਸੰਗਤ ਕਰ ਲਈ, ਇੱਕੋ ਦਿਨ ਦੀ ਬਹੁਤ ਹੈ, ਜ਼ਿੰਦਗੀ ਬਦਲ ਜਾਂਦੀ ਉਹਦੀ। ਇੱਕੋ ਦਿਨ 'ਚ ਜ਼ਿੰਦਗੀ ਬੜਾ ਵੱਡਾ ਪਲਟਾ ਆ ਜਾਂਦਾ ਹੈ। ਸਾਨੂੰ ਕਿੰਨੇ ਸਾਲ ਹੋ ਗਏ ਸਤਸੰਗ ਕਰਦੇ ਹੋਏ, ਅਜੇ ਨਹੀਂ ਗੱਲ ਬਣੀ। ਜੋ ਗੱਲ ਬਣਾਉਣੀ ਸੀ ਨਾ, ਅਜੇ ਨਹੀਂ ਬਣੀ ਹੈ। ਕਿਉਂ? ਮਨ ਮੈਲਾ ਹੈ, ਇਹ ਪਤਾ ਨਹੀਂ ਕਦੋਂ ਜਾ ਕੇ ਸਾਫ਼ ਹੋਵੇਗਾ। ਇਸ ਲਈ ਲੱਗੇ ਰਹਿਣਾ, ਕਦੇ ਤਾਂ ਗੱਲ ਬਣੇਗੀ। ਸੋ ਗੁਰੂ ਮਹਾਰਾਜ ਕਹਿੰਦੇ, ਖੜ ਦਰਗਾਹ ਪੈ ਨਾਈਏ, ਮੁਖ ਹਰ ਨਾਮ ਨਿਵਾਸ। ਕਹਿੰਦੇ ਜਿਨ੍ਹਾਂ ਦੇ ਮੁੱਖ 'ਚ ਹਰੀ ਦਾ ਨਾਮ ਨਿਵਾਸ ਕਰ ਗਿਆ ਨਾ, ਵਸ ਗਿਆ, ਉਹਨਾਂ ਨੇ ਦਰਗਾਹ 'ਚ ਲਿਜਾ ਕੇ ਫਿਰ ਆਦਰ ਮਾਣ ਦਿੱਤਾ ਜਾਂਦਾ ਹੈ। ਪੈਦਾ ਵੀ ਹੁੰਦਾ ਇਹਦੇ ਲਈ ਸ਼ਬਦ, ਸਰੋਪੇ ਪਾਉਣਾ, ਆਦਰ ਮਾਣ। ਪਹਿਨਾਇਆ ਵੀ ਇੱਕੋ ਹੀ ਗੱਲ, ਆਦਰ ਮਾਣ ਦਿੰਦੇ ਨੇ, ਸਰੋਪੇ ਪਾਉਂਦੇ ਦੇ ਗਾਲ 'ਚ। ਸਰੋਪਾ ਪਾਉਣਾ ਸਤਿਕਾਰ ਦੀ ਨਿਸ਼ਾਨੀ ਹੁੰਦਾ ਹੈ ਤਾਂ 50-60 ਰੁਪਏ ਦਾ ਹੀ, 2 ਮੀਟਰ ਕੱਪੜਾ ਹੀ ਹੈ ਨਾ, ਪਰ ਨਹੀਂ, ਇਹਦੇ ਮਗਰ ਬੜਾ ਕੁਛ ਹੈ। ਭਰੀ ਸਭਾ ਦੇ ਵਿੱਚ ਕਿਸੇ ਦੇ ਗਲ 'ਚ ਸਰੋਪਾ ਪਾਉਣਾ। ਅੱਜ ਕੱਲ੍ਹ ਦੇ ਫਾਰਮੈਲਿਟੀ ਹੈ, ਦਵਾਨੀ ਦਾ ਪੋਲੀਟੀਕਲ ਬੰਦਾ ਉਹਦੇ ਗਲ 'ਚ ਸਰੋਪਾ ਪਾ ਦਿੰਦੇ ਨੇ।
ਸਰੋਪਾ ਉਹਦੇ ਗਲ 'ਚ ਪਾਉਣਾ ਚਾਹੀਦਾ ਜਿਹਨੇ ਸਮਾਜ ਲਈ ਕੁਛ ਕੀਤਾ ਹੋਵੇ, ਜਿਹਨੇ ਕਿਸੇ ਦੂਜਿਆਂ ਲਈ ਕੁਝ ਕੀਤਾ ਹੈ, ਉਹਦਾ ਸਤਿਕਾਰ ਕਰਨਾ ਚਾਹੀਦਾ। ਪਰ ਹੁਣ ਰਿਵਾਜ਼ ਅਗਲਾ ਕਹਿੰਦਾ ਮੈਂ ਗਿਆ ਜੀ, ਮੈਨੂੰ ਸਰੋਪਾ ਨਹੀਂ ਦਿੱਤਾ ਜੀ। ਇਹ ਵਾਲਾ ਕਹਿੰਦਾ ਲੈ ਯਾਰ ਤੂੰ ਵੀ ਖੁਸ਼ ਚੱਕ। ਅਤੇ ਉਹਨੂੰ ਨੇ ਕਿਹੜਾ ਗਲ 'ਚ ਪਾਉਣਾ, ਉਹ ਗਲ 'ਚ ਕਈ ਤਾਂ ਜਿੰਨਾ ਚਿਰ ਗੁਰਦੁਆਰੇ ਬੈਠੇ ਨੇ ਸਰੋਪਾ ਗਲ 'ਚ ਪਾਈ ਰੱਖਦੇ, ਜਿਹੜੇ ਥੋੜ੍ਹੇ ਜਿਹੇ ਸਿਆਣੇ ਅਕਲਮੰਦ ਨੇ ਨਾ, ਉਹਨਾਂ 'ਚ ਸਰੋਪਾ ਪਾਈ ਰੱਖਦੇ ਨੇ। ਜਿੰਨੇ ਗੁਰਦੁਆਰੇ ਬਾਹਰ ਨਿਕਲ ਕੇ ਲਾਉਂਦੇ ਨੇ, ਅਤੇ ਕਈ ਉਸੇ ਵੇਲੇ ਲਾ ਕੇ ਦੂਜੇ ਨੂੰ ਦੇ ਦਿੰਦੇ ਨੇ, ਜਿਹੜੇ ਨਾਲ ਅਸਿਸਟੈਂਟ ਆਇਆ ਹੁੰਦਾ। ਮੈਂ ਗਲ 'ਚ ਸਰੋਪਾ ਪਾਇਆ, ਉਹਨੇ ਲਾ ਕੇ ਨਾਲ ਇਹਨੂੰ ਦੇ ਦੇਣਾ ਹੈ ਬਸ, ਵੀ ਮੈਨੂੰ ਨਹੀਂ ਇਹਦੀ ਲੋੜ। ਇੱਛਾ ਹੈ ਪਰ ਮੈਨੂੰ ਇਹਦੀ ਲੋੜ ਕੋਈ ਨਹੀਂ ਹੈਗੀ। ਮੈਂ ਕਿੱਥੇ ਸਾਂਭਾਂਗਾ ਇੰਨੇ ਸਰੋਪੇ, ਕਿੱਥੇ ਸਾਂਭਾਂਗਾ? ਹਰ ਕਹਿੰਦਾ ਹੁਣ ਜਿੱਥੇ ਜਾਣਾ ਉੱਥੇ ਮਿਲ ਜਾਣਾ, ਜਿੱਥੇ ਜਾਣਾ ਉੱਥੇ ਮਿਲ ਜਾਣਾ ਹੈ। ਉਹਨੇ ਕਿਹੜੇ ਸਰੋਪੇ ਗਲ 'ਚ ਪਾਉਣੇ ਨੇ? ਹਾਂਜੀ, ਉਹ ਅੱਗੇ ਕਿਸੇ ਨੂੰ ਦੇ ਦਿੰਦੇ ਨੇ ਜਾਂ ਵੇਚ ਦਿੰਦੇ। ਹੁਣ ਕੁਛ ਤਾਂ ਕਰਦੇ, ਹੁਣ ਇੰਨੇ ਕੀ ਕਰੇ? ਹਾਂਜੀ। ਸੋ ਖੈਰ, ਸੋ ਜਿਹਦੇ ਅੰਦਰ ਹਿਰਦੇ ਨਾਮ ਦਾ ਨਿਵਾਸ ਹੁੰਦਾ ਨਾ, ਉਹਨੂੰ ਦਰਗਾਹ 'ਚ ਲਿਜਾ ਕੇ ਨਾ ਉਹਨੂੰ ਪਹਿਨਾਇਆ ਜਾਂਦਾ ਹੈ, ਉਹਨੂੰ ਸਰੋਪੇ ਦਿੱਤੇ ਜਾਂਦੇ ਹਨ, ਆਦਰ ਮਾਣ ਕੀਤਾ ਜਾਂਦਾ ਹੈ। ਜਹ ਦੇਖਾਂ ਤਹ ਰੱਬ ਰਹੇ, ਸ਼ਿਵ ਸ਼ਕਤੀ ਕਾ ਮੇਲ ਤ੍ਰੇਹੋਂ, ਇਹ ਗਿਣਤੀ ਹੈ। ਉਹ ਸ਼ਬਦ ਜਿਹੜਾ ਗਿਣਤੀ ਦੱਸਦਾ ਹੋਵੇ ਅਤੇ ਹਾਹੇ ਨੂੰ ਔਂਕੜ ਜਾਂ ਦਲੈਂਕ ਲੱਗੇ ਹੋਣ, ਉਹ ਟਿੱਪੀ ਲਾ ਕੇ ਬੋਲਿਆ ਜਾਂਦਾ। ਤ੍ਰੇਹੋਂ, ਤਿੰਨਾਂ, ਤ੍ਰੇਹੋਂ ਗੁਣ ਬੰਦੀ ਦੇਹਰੀ, ਜੋ ਆਇਆ ਜਗ ਸੋ ਖੇਲ, ਵਿਜੋਗੀ ਦੁੱਖ ਵਿਛੜੇ, ਮਨਮੁਖ ਲਹਿ ਨਾ ਮੇਲ। ਜਹ ਦੇਖਾਂ ਤਹ ਰੱਬ ਰਹੇ, ਸ਼ਿਵ ਸ਼ਕਤੀ ਕਾ, ਸ਼ਿਵ ਮਨ, ਸ਼ਕਤੀ ਮਾਇਆ। ਕਹਿੰਦੇ ਮੈਂ ਜਿੱਥੇ ਦੇਖਦਾ ਹੈ ਮਨ ਅਤੇ ਸ਼ਕਤੀ ਵਸ ਰਹੀ ਹੈ, ਉੱਥੇ ਇਹਦਾ ਮੇਲ ਹੈ। ਜਿੱਥੇ ਮਨ ਹੈ ਉੱਥੇ ਮਾਇਆ। ਤ੍ਰੇਹੋਂ ਗੁਣ ਬੰਦੀ ਦੇਹਰੀ, ਇਹ ਜਿਹੜਾ ਸਾਡਾ ਸਰੀਰ ਹੈ, ਸਾਡੀ ਦੇਹੀ ਹੈ, ਇਹ ਮਾਇਆ ਦੇ ਤਿੰਨਾਂ ਗੁਣਾਂ 'ਚ ਬੱਝੀ ਹੋਈ ਹੈ। ਕਦੇ ਅਸੀਂ ਰਜੋ ਗੁਣੀ, ਕਦੇ ਸਤੋ ਗੁਣੀ, ਕਦੇ ਤਮੋ ਗੁਣੀ। ਜੋ ਆਇਆ ਜਗ ਸੋ ਖੇਲ, ਜਿਹੜਾ ਵੀ ਸੰਸਾਰ 'ਚ ਹੈ, ਇਸ ਮਨ ਅਤੇ ਮਾਇਆ ਦੀ ਖੇਡ ਹੀ ਖੇਡ ਕਿੱਥੋਂ ਚਲਿਆ ਗਿਆ ਹੈ। ਇਹ ਮਨ ਅਤੇ ਮਾਇਆ ਦੀ ਖੇਡ ਕੇ ਹੀ ਇੱਥੋਂ ਚਲਿਆ ਗਿਆ। ਜਿਹੜਾ ਵੀ ਆਇਆ ਸੀ ਪਰਮਾਤਮਾ ਦੇ ਨਾਮ ਜਪ ਕੇ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ, ਇਹ ਮਾਇਆ ਦੀ ਖੇਡ ਖੇਡ ਕੇ ਇੱਥੋਂ ਚਲਿਆ ਗਿਆ ਹੈ। ਵਿਜੋਗੀ ਦੁੱਖ ਵਿਛੜੇ, ਮਨਮੁਖ ਲਹਿ ਨਾ ਮੇਲ। ਜਿਹੜੇ ਮਨਮੁਖ ਹੁੰਦੇ ਹਨ, ਉਹ ਵਿਯੋਗ ਦਾ ਫਿਰ ਪਰਮਾਤਮਾ ਸਬੱਬ ਬਣਾਉਂਦਾ ਹੈ, ਵਿਛੋੜੇ ਦਾ ਸਬੱਬ ਬਣਾਉਂਦਾ ਮਨਮੁਖ ਲਈ। ਮਨਮੁਖ ਪਰਮਾਤਮਾ ਤੋਂ ਵਿਛੜ ਜਾਂਦਾ ਹੈ, ਫਿਰ ਉਹ ਦੁਖੀ ਹੁੰਦਾ ਹੈ। ਲਹਿ ਨਾ ਮੇਲ, ਦੁਬਾਰਾ ਉਹਨਾਂ ਦਾ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ। ਮਨ ਬੈਰਾਗੀ ਘਰ ਵਸੈ, ਸੱਚ ਪੈ ਰਾਤਾ ਹੋਏ, ਗਿਆਨ ਮਹਾਰਸ ਭੋਗਵੈ, ਬਾਹੜ ਭੂਖ ਨਾ ਹੋਏ। ਨਾਨਕ ਇਹ ਮਨ ਮਾਰ ਮਿਲ, ਭੀ ਫਿਰ ਦੁੱਖ ਨਾ ਹੋਏ। ਮਨ ਬੈਰਾਗੀ ਘਰ ਵਸੇ, ਜਦੋਂ ਮਨ ਬੈਰਾਗੀ ਹੋ ਜਾਂਦਾ ਹੈ, ਇਹ ਮੋਹ ਮਾਇਆ ਤੋਂ ਉੱਪਰ ਉੱਠ ਜਾਂਦਾ ਹੈ। ਬੈਰਾਗੀ ਕਿਹਨੂੰ? ਜਿਹਦਾ ਮਾਇਆ ਦਾ ਮੋਹ, ਘਰ ਦਾ ਮੋਹ, ਪਰਿਵਾਰ ਦਾ ਮੋਹ ਖਤਮ ਹੋ ਜਾਏ, ਉਹਨੂੰ ਕਹਿੰਦੇ ਬੈਰਾਗੀ ਹੈ। ਘਰ ਛੱਡਣ ਵਾਲਾ ਨਿਰਾ ਬੈਰਾਗੀ ਨਹੀਂ ਹੁੰਦਾ, ਜਿਹਦੇ ਅੰਦਰ ਮੋਹ ਖਤਮ ਹੋ ਗਿਆ, ਬੈਰਾਗੀ ਹੁੰਦਾ। ਇੱਕ ਗ੍ਰਸਥੀ ਵੀ ਬੈਰਾਗੀ ਹੋ ਸਕਦਾ ਹੈ, ਅਤੇ ਇੱਕ ਜਿਹੜਾ ਆਪਣੇ ਨਾਲ ਬੈਰਾਗੀ ਕਹਿੰਦਾ ਉਹ ਵੀ ਮੋਹ 'ਚ ਹੋ ਸਕਦਾ ਹੈ। ਇਸ ਲਈ ਕਹਿੰਦੇ ਮਨ ਬੈਰਾਗੀ ਘਰ ਵਸੈ। ਜਿਹੜਾ ਵੈਰਾਗੀ ਮਨ ਹੁੰਦਾ ਉਹ ਆਪਣੇ ਘਰ 'ਚ ਵਸਦਾ ਹੈ, ਉਹ ਭਟਕਦਾ ਨਹੀਂ ਹੈ, ਉਹ ਇੱਧਰ ਉੱਧਰ ਨਹੀਂ ਜਾਂਦਾ ਹੈ। ਸੱਚ ਪੈ ਰਾਤਾ ਹੋਏ, ਕਿਉਂ? ਉਹ ਪਰਮਾਤਮਾ ਦੇ ਡਰ 'ਚ ਹੁੰਦਾ ਹੈ, ਉਹ ਪਰਮਾਤਮਾ ਦੇ ਡਰ ਨਾਲ ਰੰਗਿਆ ਹੁੰਦਾ ਹੈ। ਇਸ ਲਈ ਆਪਣੇ ਘਰ 'ਚ ਰਹਿੰਦਾ, ਨਿਜ ਘਰ 'ਚ ਰਹਿੰਦਾ ਹੈ। ਗਿਆਨ ਮਹਾਰਸ ਭੋਗਵੈ, ਇਹ ਮਨ ਮਹਾਨ ਗਿਆਨ ਦੇ ਮਹਾਨ ਰਸ ਨੂੰ ਭੋਗਦਾ ਹੈ, ਕਿਉਂ ਗਿਆਨ 'ਚ ਵੀ ਰਸ ਹੈ। ਰੱਬੀ ਗਿਆਨ 'ਚ ਰਸ ਹੈ, ਮਹਾਰਸ ਹੈ। ਉਹ ਗਿਆਨ ਦੇ ਮਹਾਰਸ ਨੂੰ ਭੋਗਦਾ ਹੈ। ਬਹੁੜ ਭੂਖ ਨਾ ਹੋਏ, ਫਿਰ ਉਹਨੂੰ ਦੁਬਾਰਾ ਭੁੱਖ ਨਹੀਂ ਲੱਗਦੀ। ਇੱਕ ਸਰੀਰਕ ਭੁੱਖ ਹੁੰਦੀ ਹੈ, ਇੱਕ ਮਾਨਸਿਕ ਭੁੱਖ ਹੁੰਦੀ ਹੈ। ਸਰੀਰ ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਸਰੀਰਕ ਭੁੱਖ ਤੇ ਰਹੇਗੀ, ਮਾਨਸਿਕ ਭੁੱਖ ਖਤਮ ਹੋ ਜਾਂਦੀ। ਜਿਹੜੀ ਤ੍ਰਿਸ਼ਨਾਵਾਂ ਦੀ ਭੁੱਖ ਹੈ, ਸ਼ਾਵਾਂ ਦੀ ਭੁੱਖ ਹੈ, ਉਹ ਖਤਮ ਹੋ ਜਾਂਦੀ। ਕਿਉਂ? ਹੁਣ ਰੱਬੀ ਗਿਆਨ ਹੋ ਗਿਆ, ਫਿਰ ਉਹਨੂੰ ਦੁਬਾਰਾ ਤ੍ਰਿਸ਼ਨਾਵਾਂ ਦੀ ਭੁੱਖ ਨਹੀਂ ਲੱਗਦੀ।
ਨਾਨਕ ਇਹ ਮਨ ਮਾਰ ਮਿਲ, ਪੀ ਫਿਰ ਦੁੱਖ ਨਾ ਹੋਏ। ਹੈ ਭਾਈ, ਇਸ ਮਨ ਨੂੰ ਮਾਰ, ਫਿਰ ਪਰਮਾਤਮਾ ਨੂੰ ਮਿਲ, ਫਿਰ ਤੈਨੂੰ ਦੁੱਖ ਨਹੀਂ ਹੋਏਗਾ। ਮਨ ਮਾਰ ਕੇ ਹੀ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਅਤੇ ਮਨ ਨੂੰ ਕਿਵੇਂ ਮਾਰਨਾ ਹੈ? ਇਹ ਪਰਮਾਤਮਾ ਦੇ ਨਾਮ ਨਾਲ ਮਾਰਨਾ ਹੈ। ਪਰਮਾਤਮਾ ਦਾ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਇਹ ਮਨ ਜਿਹੜਾ ਹੈ ਜਦੋਂ ਭਟਕਣਾ ਬੰਦ ਕਰ ਦੇਗਾ, ਇੱਕ ਥਾਂ 'ਤੇ ਟਿਕ ਜਾਏਗਾ, ਸਮਝੋ ਇਹ ਮਰ ਗਿਆ ਹੈ। ਜਦੋਂ ਸਾਡੀ ਜੀਵ ਆਤਮਾ ਪਰਮਾਤਮਾ ਨੂੰ ਮਿਲਦੀ ਹੈ, ਉਦੋਂ ਮਨ ਅਮਨ ਹੋ ਜਾਂਦਾ ਹੈ, ਮਨ ਦੀ ਆਪਣੀ ਹਸਤੀ ਖਤਮ ਹੋ ਜਾਂਦੀ ਹੈ। ਜਦੋਂ ਦੁਬਾਰਾ ਸਾਡੀ ਸੁਰਤ ਉਖੜਦੀ ਹੈ, ਮਨ ਫਿਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਮਨ ਨੂੰ ਮਾਰ ਕੇ ਕਹਿੰਦੇ ਪਰਮਾਤਮਾ ਨੂੰ ਮਿਲ, ਫਿਰ ਤੈਨੂੰ ਜੰਮਣ ਮਰਨ ਦਾ ਦੁੱਖ ਹੋਏਗਾ ਹੀ ਨਹੀਂ। ਸੋ ਤੱਤ ਸਾਰ ਕੀ ਹੈ ਕਿ ਸ਼ੁਭ ਕਰਮ ਕਰਨੇ ਅਤੇ ਨਾਮ ਜਪਣਾ, ਬਾਕੀ ਸਾਰਾ ਕੰਮ ਪਰਮਾਤਮਾ ਨੇ ਕਰਨਾ। ਅਸੀਂ ਤਾਂ ਦੋ ਹੀ ਕੰਮ ਕਰਨਾ। ਸ਼ੁਭ ਕਰਮਾਂ ਦਾ ਮਤਲਬ ਹੈ ਕੋਈ ਐਸਾ ਕੰਮ ਨਹੀਂ ਕਰਨਾ ਜਿਸ ਨਾਲ ਦੂਜੇ ਦਾ ਨੁਕਸਾਨ ਹੁੰਦਾ ਹੋਵੇ, ਨਾ ਮਨ ਕਰਕੇ, ਨਾ ਤਨ ਕਰਕੇ, ਨਾ ਧਨ ਕਰਕੇ। ਅਸੀਂ ਤਿੰਨ ਤਰੀਕੇ ਨਾਲ ਹੀ ਦੂਜੇ ਦਾ ਫਾਇਦਾ ਜਾਂ ਨੁਕਸਾਨ ਕਰਦੇ ਹਾਂ। ਮੈਂ ਕਿਸੇ ਨੂੰ ਕੌੜੇ ਬੋਲਤੇ, ਅਬਾ ਤਬਾ ਬੋਲਤਾ ਹੈ, ਉਹਦਾ ਮਨ ਦੁਖੀ ਹੋ ਗਿਆ ਹੈ, ਉਹਦੇ ਮਨ ਨੂੰ ਦੁੱਖ ਪਹੁੰਚਾਇਆ। ਉਹਦੇ ਕੋਈ ਸੱਟ ਫੇਟ ਮਾਰੀ ਹੈ, ਉਹਦੇ ਤਨ ਦਾ ਨੁਕਸਾਨ ਕੀਤਾ ਹੈ। ਉਹਦੀ ਕੋਈ ਚੀਜ਼ ਚੱਕ ਲਈ ਹੈ, ਪੈਸੇ ਚੋਰੀ ਕਰ ਲਏ ਨੇ, ਕੋਈ ਹੋਰ ਕਰ ਲਿਆ, ਉਹਦਾ ਆਰਥਿਕ ਨੁਕਸਾਨ ਕਰ ਦਿੱਤਾ ਹੈ। ਮਨ ਕਰਕੇ, ਤਨ ਕਰਕੇ ਅਤੇ ਧਨ ਕਰਕੇ ਕਿਸੇ ਦਾ ਨੁਕਸਾਨ ਨਹੀਂ ਕਰਨਾ, ਇਹ ਹੈ ਸ਼ੁਭ ਕਰਮ। ਨਾਲ ਨਾਮ ਜਪਣਾ। ਬਸ ਜਦੋਂ ਅਸੀਂ ਬੁਰੇ ਦਾ ਭਲਾ ਛੱਡ ਦਿਆਂਗੇ ਨਾ, ਸਾਡਾ ਆਪਣੇ ਆਪ ਹੀ ਭਲਾ ਹੋਣਾ ਸ਼ੁਰੂ ਹੋ ਜਾਏਗਾ। ਬੁਰੇ ਦਾ ਵੀ ਕਹਿੰਦੇ ਉਹਦੇ ਨਾਲ ਹੀ ਬੁਰਾਈ ਨਹੀਂ ਕਰਨੀ, ਇਸ ਲਈ ਮਾੜਾ ਕਰਨਾ ਹੀ ਨਹੀਂ ਕਿਸੇ ਦਾ। ਬਸ ਕੋਈ ਵੀ ਕੰਮ ਕਰਨ, ਤਾਂ ਹੀ ਕਹਿੰਦੇ ਥਿੰਕ ਬਿਫੋਰ ਯੂ ਸਪੀਕ। ਬੋਲਣ ਤੋਂ ਪਹਿਲਾਂ ਸੋਚੋ, ਅਤੇ ਛਾਲ ਮਾਰ ਤੋਂ ਪਹਿਲਾਂ ਦੇਖੋ ਵੀ ਅੱਗੇ ਟੋਇਆ ਤਾਂ ਨਹੀਂ। ਹਰ ਇੱਕ ਜੇ ਬੋਲਣਾ ਤਾਂ ਵੀ ਸੋਚ ਵਿਚਾਰ ਕੇ ਬੋਲਣਾ ਕਿ ਮੈਂ ਕੀ ਬੋਲਣ ਲੱਗਾ। ਸਿਆਣੇ ਕਹਿੰਦੇ ਤਲਵਾਰ ਦਾ ਫੱਟ ਮਿਲ ਜਾਂਦਾ ਹੈ, ਇਹ ਜ਼ੁਬਾਨ ਦਾ ਫੱਟ ਨਹੀਂ ਮਿਲਦਾ। ਕਈ ਵਾਰੀ ਐਸੇ ਅਸੀਂ ਬੋਲਦੇ ਹਾਂ, ਉਹ ਉਹਨੂੰ ਸਾਰੀ ਉਮਰ ਨਹੀਂ ਭੁੱਲਦੇ, ਉਹ ਸਾਰੀ ਉਮਰ ਨਹੀਂ ਭੁੱਲਦੇ। ਸੋ ਇਸ ਲਈ ਬੋਲਣਾ ਹੈ, ਧਿਆਨ ਨਾਲ ਬੋਲਣਾ ਹੈ, ਲੋੜ ਅਨੁਸਾਰ ਬੋਲਣਾ ਹੈ, ਅਬਾ ਤਬਾ ਨਹੀਂ ਬੋਲਣਾ, ਕੌੜਾ ਨਹੀਂ ਬੋਲਣਾ ਹੈ, ਕਿਹਦਾ ਮਾੜਾ ਨਹੀਂ ਕਰਨਾ, ਆਪਣੀ ਭਜਨ ਬੰਦਗੀ ਕਰਨੀ ਹੈ। ਅਤੇ ਫਿਰ ਤਾਂ ਸ਼ੋਰ ਹੈ ਵੀ ਪਰਮਾਤਮਾ ਨੇ ਮਿਲਣਾ ਹੀ ਮਿਲਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਵਸ 10 ਜਨਵਰੀ ਐਤਵਾਰ ਨੂੰ ਮਨਾ ਰਹੇ ਹਾਂ। ਇਸ ਲਈ ਜਿਹੜੇ ਅਖੰਡ ਪਾਠ ਨੇ ਉਹ 8 ਜਨਵਰੀ ਨੂੰ ਸ਼ੁਰੂ ਹੋ ਜਾਣੇ ਹਨ, ਸਵੇਰੇ 8 ਵਜੇ। ਸੋ ਜਿਹੜੇ ਪਾਠੀ ਨੇ, ਜਿਵੇਂ ਉਹਨਾਂ ਦੀ ਪਹਿਲਾਂ ਰੌਲਾਂ ਲੱਗੀਆਂ ਹੋਈਆਂ ਸਨ, ਉਸ ਤਰ੍ਹਾਂ ਹੀ ਨੇ। ਬਾਕੀ ਮੈਂ ਸਰਦਾਰ ਸੰਪੂਰਨ ਸਿੰਘਾਂ ਦੀ ਡਿਊਟੀ ਲਾਈ ਸੀ ਕਿ ਸਾਰਿਆਂ ਨੂੰ ਇੱਕ ਵਾਰੀ ਟੈਲੀਫੋਨ ਕਰ ਦਿਓ, ਸਾਰਿਆਂ ਨੂੰ ਇੱਕ ਵਾਰੀ ਟੈਲੀਫੋਨ ਕਰ ਦਿਓ ਪਾਠੀਆਂ ਨੂੰ ਕਿ ਉਹਨਾਂ ਦੀ ਕਿਸ ਪਾਠ 'ਤੇ ਰੌਲ ਹੈ ਅਤੇ ਕਿੰਨੇ ਵਜੇ ਹੈ ਅਤੇ ਕਿਹੜੇ ਦਿਨ ਹੈ। ਬਾਕੀ ਜਿਹਨਾਂ ਨੂੰ ਪਤਾ ਹੈ ਉਹ ਜਿਹੜੇ ਨਹੀਂ ਵੀ ਆਉਂਦੇ ਸਤਸੰਗ, ਕਈਆਂ ਦਾ ਮੈਨੂੰ ਰਿਪੋਰਟ ਮਿਲੀ ਹੈ ਕਿ ਉਹਨਾਂ ਕੋਲ ਐਸੇ ਮੋਬਾਈਲ ਹੀ ਨਹੀਂ ਹੈਗੇ ਜਿਹੜੇ ਵੇਖ ਸਕਣ। ਹੁੰਦਾ ਹੁਣ ਆਪਣੇ ਡਾਇਰੈਕਟਰ ਲਈ ਹੋ ਰਿਹਾ ਹੈ, ਉਹਨਾਂ ਕੋਲ ਇਹੋ ਜਿਹੇ ਕਈਆਂ ਕੋਲ ਮੋਬਾਈਲ ਹੀ ਨਹੀਂ, ਕਈਆਂ ਕੋਲ ਉਹ ਸਿਸਟਮ ਹੀ ਨਹੀਂ ਹੈਗਾ, ਸਾਡਾ ਮੈਸੇਜ ਹੀ ਨਹੀਂ ਉਹਨਾਂ ਤੱਕ ਜਾਂਦਾ। ਕਈਆਂ ਨੇ ਆਪਣੇ ਆਪ ਨੂੰ ਸਾਡੇ ਗਰੁੱਪ 'ਚ ਸ਼ਾਮਲ ਹੀ ਨਹੀਂ ਕਰਵਾਇਆ ਹੈਗਾ। ਮੈਸੇਜ ਤਾਂ ਉਹਨਾਂ ਦਾ ਜਾਏ ਨਾ ਜਿਹੜੇ ਗਰੁੱਪ ਵਿੱਚ ਸ਼ਾਮਲ ਨੇ। ਇਸ ਲਈ ਜਿਹੜੇ ਵੀ ਮੇਰੀ ਆਵਾਜ਼ ਸੁਣ ਰਹੇ ਨੇ, ਜਿਨ੍ਹਾਂ ਤੱਕ ਸਾਡਾ ਮੈਸੇਜ ਨਹੀਂ ਜਾਂਦਾ, ਇਹਦਾ ਮਤਲਬ ਸਾਡੇ ਗਰੁੱਪ 'ਚ ਨਹੀਂ ਹੈਗੇ। ਉਹ ਗੁਰਦੁਆਰਾ ਸਾਹਿਬ ਦੇ ਗਰੁੱਪ 'ਚ ਆਪਣਾ ਨਾਮ ਲਿਖਵਾ ਲਓ, ਟੈਲੀਫੋਨ ਨੰਬਰ ਨਾਮ ਲਿਖਾਓ, ਤਾਂ ਜੋ ਜਦੋਂ ਅਸੀਂ ਕਲਿੱਕ ਕਰੀਏ ਉਹ ਸਾਰਿਆਂ ਤੱਕ ਸੁਨੇਹਾ ਪਹੁੰਚ ਜਾਏ ਕਿ ਭਾਈ ਫਿਰ ਸੌਖਾ ਰਹਿੰਦਾ ਜਿਹੜਾ ਇਨਫੋਰਮੇਸ਼ਨ ਦੇਣਾ। ਸੋ ਆਪ ਜੀ ਨੇ ਯਾਦ ਰੱਖਣਾ ਹੈ 8 ਤਰੀਕ ਤੋਂ 10 ਤਰੀਕ ਤੱਕ ਅਖੰਡ ਪਾਠ ਨੇ। 10 ਤਰੀਕ ਨੂੰ ਸਵੇਰੇ ਇੱਥੇ 8 ਵਜੇ ਭੋਗ ਪੈ ਜਾਣਗੇ, ਆਪਾਂ ਚਾਹ ਪਾਣੀ ਪਿਲਾਵਾਂਗੇ। ਫਿਰ 10 ਵਜੇ ਵੱਡਾ ਗੁਰਦੁਆਰਾ ਸਾਹਿਬ ਖੋਲਾਂਗੇ। 10 ਤੋਂ 11 ਕੀਰਤਨ ਹੋਏਗਾ, 11 ਤੋਂ 11:30 ਤੱਕ ਕਥਾ ਵਾਰਤਾ ਹੋਏਗੀ। ਉਸ ਤੋਂ ਬਾਅਦ ਗੁਰੂ ਕਾ ਲੰਗਰ ਹੋਵੇਗਾ ਐਤਵਾਰ ਦਾ, ਇਹ ਵੀ ਯਾਦ ਰੱਖਣਾ। ਇੱਥੇ ਭੋਗ ਪੈਣ ਤੋਂ ਬਾਅਦ ਫਿਰ 10 ਵਜੇ ਤੋਂ ਲੈ ਕੇ 11 ਵਜੇ ਤੱਕ
11:30 ਤੱਕ ਕਥਾ ਕੀਰਤਨ ਹੋਏਗੀ ਵੱਡਾ ਗੁਰਦੁਆਰਾ ਸਾਹਿਬ 'ਚ, ਉੱਥੇ ਲੰਗਰ ਵਰਤਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।